ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨੌਵਾਂ ਅਧਿਆਇ। ਅਥ ਨਵਮੋ ਅਧਿਆਇ ਪ੍ਰਾਰੰਭ। ਦੋਹਰਾ ਨੌਵੇਂ ਕਹੀ ਉਦਾਰਤਾ। ਜਾਤੇ ਹਿਰਦੇ ਉਦਾਰ ਧਨ ਨਿੰਦੇ ਬਿਨ ਦਾਨ ਜੋ। 7 ਸਲੋਕ ਉਚਾਰ। ਨੌਵੇਂ ਕਹੀ ਉਦਾਰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 9ਵਾਂ ਅਧਿਆਇ ਆਪਾਂ ਪ੍ਰਾਰੰਭ ਕਰਨ ਲੱਗੇ ਹਾਂ। ਹੁਣ ਇਸ 9ਵੇਂ ਅਧਿਆਇ ਦੇ ਵਿੱਚ ਪੰਡਤ ਹਰਦਿਆਲ ਜੀ ਜਿਹੜੀ ਹੈ ਧਨ ਦੀ ਵਡਿਆਈ ਅਤੇ ਨਿੰਦਿਆ ਕਰਨਗੇ। ਸੋ 9ਵਾਂ ਅਧਿਆਇ ਪ੍ਰਾਰੰਭ ਕਰੀਏ। 9ਵਾਂ ਅਧਿਆਇ ਹੈ ਅਥ ਨਵਮੋ ਅਧਿਆਇ ਪ੍ਰਾਰੰਭ। ਅਥ ਕਹੀਏ ਹੁਣ ਸਾਰ ਕਿਤਾਬ ਦੇ ਗ੍ਰੰਥ ਦਾ ਨਵਮੋ ਕਹੀਏ 9ਵਾਂ ਜਿਹੜਾ ਅਧਿਆਇ ਪ੍ਰਾਰੰਭ ਹੁੰਦਾ ਸ਼ੁਰੂ ਹੁੰਦਾ ਹੈ। ਦੋਹਰਾ ਨੌਵੇਂ ਕਹੀ ਉਦਾਰਤਾ। ਸਾਰ ਕਿਤਾਵੜੀ ਗ੍ਰੰਥ ਦੇ ਇਸ 9ਵੇਂ ਅਧਿਆਇ ਦੇ ਵਿੱਚ ਪੰਡਤ ਹਰਦਿਆਲ ਜੀ ਨੇ ਉਦਾਰਤਾ ਕਹੀਏ ਸ੍ਰੇਸ਼ਟਤਾਈ ਦਾਨਸ਼ੀਲਤਾ ਕਹੀ ਕਹਿਣਾ ਕੀਤੀ ਹੈ ਕਹੀ ਹੈ। ਜਾਤੇ ਹਿਰਦੇ ਉਦਾਰ ਜਾਤ ਕਹੀਏ ਜਿਸ ਜਾਤ ਜਾਤੇ ਜਾ ਕਹੀਏ ਜਿਸ ਉਦਾਰਤਾ ਦੇ ਕਰਕੇ ਤੇ ਇਹਦਾ ਅਰਥ ਕਰਕੇ ਜਿਸ ਉਦਾਰਤਾ ਕਰਕੇ ਹਿਰਦੇ ਕਹੀਏ ਹਿਰਦੇ ਜਿਹੜਾ ਹਿਰਦਾ ਆ ਉਦਾਰ ਉਹ ਸ੍ਰੇਸ਼ਟ ਹੋ ਜਾਂਦਾ। ਭਾਵ ਹਿਰਦਾ ਜਿਹੜਾ ਉਦਾਰਤਾ ਵਾਲਾ ਦਾਨੀ ਸੁਭਾਅ ਵਾਲਾ ਹੋ ਜਾਂਦਾ ਹੈ। ਉਦਾਰਤਾ ਕੀ ਹੁੰਦੀ ਆ? ਸਖੀਪੁਣਾ ਖੋਲ੍ਹ ਦਿਲੀ ਦਾਨੀ ਸੁਭਾਅ ਪਾ ਜੋ ਕੁਛ ਹੈ ਉਸਨੂੰ ਅੱਗੇ ਦੇ ਕੇ ਛਕਣਾ। ਇਹ ਦਾਨੀ ਸੁਭਾਅ ਖੋਲ੍ਹ ਦਿਲੀ ਹੁੰਦੀ। ਆਪਣੀ ਚਿੰਤਾ ਬਾਅਦ 'ਚ ਕਰਨੀ ਅਤੇ ਦੂਜਿਆਂ ਦੀ ਕਰਨੀ। 9ਵੇਂ ਕਹੀ ਉਦਾਰਤਾ ਭਾਵ 9ਵੇਂ ਅਧਿਆਇ ਦੇ ਵਿੱਚ ਜਿਹੜੀ ਹੈ ਉਦਾਰਤਾ ਸਖੀਪੁਣਾ ਜਾਂ ਖੋਲ੍ਹ ਦਿਲੀ ਦੀ ਵਿਆਖਿਆ ਪੰਡਤ ਹਰਦਿਆਲ ਜੀ ਕਹਿੰਦੇ ਕਹੀ ਹੈ ਆਖੀ ਹੈ। ਜਾਤ ਹਿਰਦਾ ਉਦਾਰ। ਹਾਂਜੀ, ਜਿਸ 9ਵੇਂ ਅਧਿਆਇ ਦੇ ਪੜ੍ਹਨ ਵਿਚਾਰਨ ਦੇ ਨਾਲ ਜਿਹੜਾ ਮਨੁੱਖ ਦਾ ਹਿਰਦਾ ਆ ਉਹ ਜਿਹੜਾ ਦਾਨੀ ਬਣ ਜਾਏਗਾ, ਦਾਨੀ ਬਣ ਜਾਂਦਾ। ਹਿਰਦਾ ਜਿਹੜਾ ਉਦਾਰ ਕਹੀਏ ਉਦਾਰ ਦਾ ਅਰਥ ਕੀ ਆ? ਦਾਨੀ ਸਖੀ ਸੁਭਾਅ ਦਿਲ ਖੋਲ੍ਹ ਦਿਲੀ ਵਾਲਾ ਬਣ ਜਾਏਗਾ। ਧਨ ਨਿੰਦੇ ਬਿਨ ਦਾਨ ਜੋ ਕਹਿੰਦੇ ਆ ਵੀ ਧਨ ਦੀ ਨਿੰਦਾ ਕਹੀਏ ਵਿਰੋਧਤਾ ਨਿੰਦਾ ਕਰਾਂਗੇ। ਹਾਂਜੀ, ਜੋ ਧਨ ਬਿਨਾ ਦਾਨ ਤੋਂ ਆ। ਜੋ ਦਾ ਅਰਥ ਜੋ ਧਨ ਜਾਂ ਪੈਸਾ ਦੌਲਤ ਦਾਨ ਤੋਂ ਬਿਨਾਂ ਉਹਦੀ ਨਿੰਦਿਆ ਕਰਾਂਗੇ ਵਿਰੋਧ ਕਰਾਂਗੇ। ਕਿੱਦਾਂ? 7 ਸਲੋਕ ਉਚਾਰ ਰੌਲਾ ਪਾ ਕੇ ਨਹੀਂ ਕਹਿੰਦੇ। ਗ੍ਰੰਥ ਲਿਖਦੇ ਆ 7 ਜਿਹੜੇ ਨਾ ਸਲੋਕ ਉਹ ਉਚਾਰ ਕੇ ਆਖ ਕੇ ਭਾਵ ਵਿਦਵਾਨਾਂ ਦੀ ਤਰ੍ਹਾਂ ਲਿਖ ਕੇ ਕਰਾਂਗੇ। ਰੌਲਾ ਪਾ ਕੇ ਨਹੀਂ ਕਰਾਂਗੇ। ਐਵੇਂ ਕਾਂਵਾਂ ਰੌਲੀ ਚੁੰਝ ਗਿਆਨੀ ਵਾਲਾ ਕੰਮ ਨਹੀਂ ਕਰਾਂਗੇ। ਕਹਿੰਦੇ ਗ੍ਰੰਥ ਲਿਖ ਲੱਗੇ ਹਾਂ ਅਤੇ ਗ੍ਰੰਥ ਲਿਖਦੇ ਹਾਂ ਅਤੇ ਛੰਦ ਉਚਾਰਾਂਗੇ। ਅਤੇ ਉਹ ਜਿਹੜਾ ਧਨ ਨਿੰਦੇ ਬਿਨ ਦਾਨ ਜੋ ਧਨ ਹੈ ਨਾ ਦਾਨ ਕਰਨ ਤੋਂ ਬਿਨਾਂ ਲੋਕਾਂ ਕੋਲ ਇਕੱਠਾ ਪਿਆ ਉਸ ਧਨ ਨੂੰ ਨਿੰਦੇ ਗਈ ਨਿੰਦਣਾ ਕਰਾਂਗੇ ਅਤੇ ਦੀ ਨਿੰਦਿਆ ਵਿਰੋਧਤਾ ਕਰਾਂਗੇ। ਅਤੇ ਇਹ ਜਿਹੜਾ ਸਿਧਾਂਤ ਆ 7 ਸਲੋਕ ਉਚਾਰ 7 ਸਲੋਕਾਂ ਦੇ ਵਿੱਚ ਉਚਾਰ ਕੇ ਆਖਾਂਗੇ। 7 ਸਲੋਕ ਉਚਾਰਾਂਗੇ ਆਖਾਂਗੇ। ਛੰਦਾਂ ਦੇ ਰਾਹੀਂ ਦੱਸਾਂਗੇ। ਤੋਟਕ ਛੰਦ ਸਰਤਾ ਨ ਅਚੇ ਆਪਣੇ ਜਲ ਕੋ। ਤੋਟਕ ਛੰਦ ਉਚਾਰਦੇ ਆ ਜਿਸ ਪ੍ਰਕਾਰ ਕਹਿੰਦੇ ਸਰਤਾ ਨਦੀ ਜਿਹੜੀ ਆ ਸਰਤਾ ਦਾ ਅਰਥ ਨਦੀ ਕਦੇ ਵੀ ਆਪਣੇ ਜਿਹੜਾ ਜਲ ਕਹੀਏ ਜਲ ਨੂੰ ਪਾਣੀ ਨੂੰ ਅਚੇ ਕਹੀਏ ਛਕਣਾ ਨਾ ਕਹੀਏ ਨਹੀਂ ਕਰਦੀ ਪੀਣਾ ਨਹੀਂ ਕਰਦੀ। ਭਾਵ ਉਸਦਾ ਜਲ ਪਰਉਪਕਾਰ ਲਈ ਹੈ। ਭਾਵੇਂ ਕੋਈ ਉਸ ਵਿੱਚ ਨਹਾਵੇ ਕੋਈ ਬਸਤਰ ਧੋਵੇ ਜਾਂ ਕੋਈ ਪਾਣੀ ਪੀਣਾ ਕਰੇ। ਉਹ ਨਦੀ
ਲੋਕਾਂ ਦੇ ਲਈ ਜਲ ਰੱਖਦੀ ਹੈ, ਆਪ ਨਹੀਂ ਛਕਦੀ। ਨਾ ਕਦਾ ਪੇ ਭਖ ਹੈ ਬ੍ਰਿਖ ਸਵੈ ਫਲ ਕੋ। ਫਿਰ ਜਿਸ ਤਰ੍ਹਾਂ ਬ੍ਰਿਖ ਕਹੀਏ ਬਿਰਛ ਆ, ਫਲਦਾਰ ਹੈ, ਉਹ ਵੀ ਫਲਦਾਰ ਰੁੱਖ ਵੀ ਕਦਾ ਪੇ ਕਹੀਏ ਕਦੇ ਵੀ ਨਹੀਂ, ਸਵੈ ਕਹੀਏ ਆਪਣੇ, ਫਲ ਕੋ ਕਹੀਏ ਫਲ ਨੂੰ, ਭਖ ਹੈ ਕਹੀਏ ਖਾਣਾ ਨਾ ਕਹੀਏ ਨਹੀਂ ਕਰਦੀ। ਰੁੱਖ ਵੀ ਬ੍ਰਿਖ ਜਿਹੜਾ ਨਾ ਸਵੈ ਕਹੀਏ ਆਪਣੇ ਫਲ ਨੂੰ, ਕਦਾ ਪੇ ਕਹੀਏ ਕਦੇ ਵੀ ਨਹੀਂ ਭਖਣਾ ਕਰਦਾ, ਖਾਣਾ ਨਹੀਂ ਕਰਦਾ, ਆਪ ਨਹੀਂ ਛਕਦਾ। ਉਹ ਉਸ ਬਿਰਖ ਦਾ ਫਲ ਵੀ ਕੇਵਲ ਪਰਉਪਕਾਰ ਦੇ ਲਈ ਹੈ। ਸਰਦੀ ਗਰਮੀ ਵਿੱਚ ਇੱਟਾਂ ਵੱਟੇ ਸਹਾਰ ਕੇ ਲੋਕਾਂ ਨੂੰ ਮਿੱਠੇ ਫਲ ਅਮਰੂਦ ਅੰਬ ਆਦਿਕ ਦਿੰਦੇ ਹਨ। ਕੋਈ ਵੀ ਫਲ ਲਾ ਲਓ ਜਿਹੜੇ ਸਮੇਂ 'ਚ ਹੁੰਦਾ, ਉਹ ਆਪਣੀ ਟਾਹਣੀਆਂ ਵੀ ਤੜਾ ਲੈਂਦੇ ਆ, ਪੱਤੇ ਵੀ ਚੜ੍ਹਾ ਲੈਂਦੇ ਆ, ਅਤੇ ਦੂਜਿਆਂ ਨੂੰ ਫਲ ਦਿੰਦੇ, ਛਾਂ ਦਿੰਦੇ ਆ। ਆਪਣੇ ਉੱਪਰ ਠੰਡ, ਮੀਂਹ, ਝੱਖੜ, ਹਨੇਰੀਆਂ ਸਭ ਝੱਲਦੇ ਆ। ਠੀਕ ਹੈ ਜੀ। ਸਸ ਕੋ ਨਹਿ ਅਬਰ ਕਵੀ ਭਖ ਹੈ। ਜਿਸ ਪ੍ਰਕਾਰ ਅੱਬਰ ਨਾਮ ਹੁੰਦਾ ਬੱਦਲ ਦਾ। ਬੱਦਲ ਕਵੀ ਕਹੀਏ ਕਦੇ ਵੀ, ਸਸ ਕਹੀਏ ਖੇਤੀ, ਕੋ ਕਹੀਏ ਨੂੰ, ਖੇਤੀ ਨੂੰ ਜਿਹੜੇ ਜਿਸ ਪ੍ਰਕਾਰ ਬੱਦਲ ਕਦੀ ਵੀ ਖੇਤੀ ਨੂੰ, ਭਖ ਕਹੀਏ ਖਾਣਾ, ਨਹਿ ਕਹੀਏ ਨਹੀਂ, ਕਰਦੇ ਹੈ ਕਹੀਏ ਹੈ। ਭਾਵ ਉਹ ਵਰਖਾ ਕਰਕੇ ਖੇਤੀਆਂ ਨੂੰ ਹਰੀਆਂ ਭਰੀਆਂ ਕਰਦੇ ਆ, ਅਤੇ ਉਹਨਾਂ ਫਸਲਾਂ ਤੋਂ ਜ਼ਿਮੀਂਦਾਰ ਲੋਕ ਲਾਭ ਲੈਂਦੇ ਆ। ਇਉਂ ਬੱਦਲਾਂ ਦੀ ਜਿਹੜੀ ਵਰਖਾ ਆ, ਬਾਰਿਸ਼ ਆ, ਉਹ ਵੀ ਪਰਉਪਕਾਰ ਵਾਸਤੇ ਹੀ ਹੈ। ਬੱਦਲ ਕਦੀ ਵੀ ਖੇਤੀ ਨੂੰ ਭਖਣਾ ਨਹੀਂ ਕਰਦੇ, ਛਕਣਾ ਨਹੀਂ ਕਰਦੇ, ਖਾਣਾ ਨਹੀਂ ਕਰਦੇ। ਭਖ ਪਾਠ ਜਿਹੜਾ ਉਹ ਕੱਸ ਕੇ ਕਰਨਾ ਹੁੰਦਾ। ਹਾਂਜੀ, ਇੱਕ ਹੁੰਦਾ ਭਖਣਾ, ਇੱਕ ਹੁੰਦਾ ਭਖਣਾ, ਭਖ ਅਭਖ। ਠੀਕ ਹੈ ਜੀ। ਖਾਣਾ ਨਾ ਖਾਣਾ। ਧਨ ਤਿਉ ਪਰ ਹੇਤ ਵੱਡੇ ਰੱਖ ਹੈ। ਗੱਲ ਧਨ ਦੀ ਕਰ ਲੱਗੇ ਆ, ਇੰਨੇ ਪ੍ਰਮਾਣ ਦੇ ਕੇ ਅਖੀਰ ਹੀ ਕਹਿੰਦੇ ਆ ਧਨ ਤਿਉ ਪਰ ਹੇਤ ਪਾਠ ਇਕੱਠਾ ਨਹੀਂ, ਅੱਡ ਅੱਡ ਆ। ਪਰ ਹੇਤ ਕਹਿੰਦੇ ਤਿਉ ਕਹੀਏ ਤਿਵੇਂ ਹੀ ਜਿਹੜਾ ਧਨ ਆ, ਪੈਸਾ ਆ, ਉਹ ਪਰ ਹੇਤ ਕਹੀਏ ਪਰਾਇਆਂ ਦੇ ਹੇਤ ਕਹੀਏ ਵਾਸਤੇ, ਜਾਂ ਪਰਾਇਆਂ ਦੇ ਹੇਤ ਕਹੀਏ ਭਲੇ ਲਈ ਵੱਡੇ ਰੱਖ ਹੈ। ਵੱਡੇ ਜਿਹੜੇ ਸਿਆਣੇ ਹੈ, ਵੱਡੇ ਲੋਕ ਨਹੀਂ, ਉਹ ਤਾਂ ਕੰਜੂਸ ਵੀ ਕਹੀ ਜਾਂਦੇ ਆ। ਵੱਡੇ ਕਹੀਏ ਜਿਹੜੇ ਸਿਆਣੇ ਮਨੁੱਖ ਹੈ ਨਾ, ਉਹ ਆਪਣੇ ਪਾਸ ਧਨ ਨੂੰ ਰੱਖ ਹੈ ਕਹੀਏ ਰੱਖਦੇ ਹਨ। ਉਤੋਂ ਪੁਰਖਾਂ ਦੀ ਪ੍ਰਵਿਰਤੀ ਪਰਉਪਕਾਰ ਵਾਸਤੇ ਹੀ ਹੁੰਦੀ। ਕਹਿਣ ਦਾ ਮਤਲਬ ਜੇ ਵੱਡੇ ਸਿਆਣੇ ਲੋਕ ਸੰਤ ਮਹਾਂਪੁਰਸ਼ ਮਾਇਆ ਰੱਖਦੇ ਆ, ਤਾਂ ਪਰਾਇਆਂ ਦੂਸਰਿਆਂ ਦੇ ਵਾਸਤੇ, ਭਲੇ ਵਾਸਤੇ, ਆਪਣੇ ਵਾਸਤੇ ਨਹੀਂ, ਕੋਠੀਆਂ ਗੁਜ਼ਾਰੇ ਜ਼ਮੀਨਾਂ ਨੂੰ ਲੁੱਟਣ ਪੱਟਣ ਵਾਸਤੇ ਨਹੀਂ ਉਹ ਕਰਦੇ। ਸਰ ਤਾਂ ਨਾ ਇਹ ਤੋਟਕ ਛੰਦ ਉਚਾਰਿਆ ਦੀ ਆਪਾਂ ਵਿਆਖਿਆ ਕੀਤੀ ਆ। ਫਿਰ ਅੱਕਰ ਸੁਣਾ ਦਈਏ। ਸਰ ਤਾਂ ਨਾ ਸਰਤਾ ਨਾਮ ਨਦੀ ਦਾ। ਕਹਿੰਦੇ ਨਦੀ ਜਿਹੜੀ ਆ ਉਹ ਕਦੀ ਵੀ ਅਜੇ ਕਹੀਏ ਪੀਣਾ ਛਕਣਾ ਨਹੀਂ ਕਰਦੀ। ਕਿਹਨੂੰ? ਆਪਣੇ ਜਲ ਕੋ, ਆਪਣੇ ਜਲ ਨੂੰ। ਭਾਵ ਨਦੀ ਕਦੀ ਆਪਣੇ ਪਾਣੀ ਨੂੰ ਆਪ ਨਹੀਂ ਪੀਂਦੀ, ਹੋਰ ਪਸ਼ੂ ਪੰਛੀ ਆਦਿਕ ਮੁਸਾਫਰ ਸਭ ਆ ਕੇ ਪੀਂਦੇ ਉੱਤੋਂ। ਨਾ ਕਦਾ ਪੇ ਭਖ ਹੈ ਬ੍ਰਿਖ ਸਵੈ ਫਲ ਕੋ। ਫਿਰ ਬ੍ਰਿਛ ਵੀ, ਦਰਖਤ ਵੀ ਆਪਣੇ ਫਲ ਨੂੰ, ਸਵੈ ਕਹੀਏ ਆਪਣੇ ਫਲ ਕੋ ਕਹੀਏ ਨੂੰ, ਫਲ ਨੂੰ ਕਦੇ ਵੀ ਭਖਦੇ ਨਹੀਂ ਹੈ, ਛਕਦੇ ਨਹੀਂ ਹੈ, ਨਹੀਂ ਖਾਂਦੇ। ਹਾਂਜੀ, ਰਾਹੀਆਂ ਵਾਸਤੇ ਰੱਖਦਾ ਜ਼ਰੂਰ, ਅਤੇ ਮਾਰ ਜ਼ਰੂਰ ਸਹਿੰਦਾ। ਪਰਉਪਕਾਰੀ ਮਤਲਬ ਸਸ ਕੋ ਨਹਿ ਅੱਬਰ ਕਵੀ ਭਖ ਹੈ। ਖੇਤੀ ਨੂੰ ਵੀ ਨਹੀਂ ਕਦੀ, ਅੱਬਰ ਕਹੀਏ ਬੱਦਲ, ਹਾਂਜੀ ਬਾਰਿਸ਼ ਵਾਲੇ, ਉਹ ਵੀ ਕਦੀ ਵੀ ਭਖ ਹੈ ਕਹੀਏ ਭਖਦੇ ਨਹੀਂ, ਛਕਦੇ ਨਹੀਂ, ਨਹੀਂ ਖਾਂਦੇ। ਕਦੇ ਵੀ ਆਪ ਤਾਂ ਨਹੀਂ ਅਨਾਜ ਖਾਂਦਾ ਬੱਦਲ, ਕਦੀ ਵੀ ਸਸ ਕਹੀਏ ਖੇਤੀ ਨੂੰ ਨਹੀਂ ਛਕਦਾ, ਸਗੋਂ ਦੂਜਿਆਂ ਨੂੰ ਖੇਤੀ ਪੈਦਾ ਕਰਕੇ ਦਿੰਦਾ। ਧਨ ਤਿਉ ਪਰ ਹੇਤ ਵੱਡੇ ਰੱਖ ਹੈ। ਵੱਡੇ ਕਹੀਏ ਸਿਆਣੇ, ਵੱਡੇ ਦੂਰ ਅੰਦੇਸੀ ਜਿਹੜੇ ਆ,
ਤੇ ਤਿਉਂ ਕਹੀਏ ਤਿਵੇਂ ਧਨ ਨੂੰ ਪਰਾਇਆਂ ਦੇ ਹੇਤ ਕਹੀਏ ਵਾਸਤੇ ਭਲੇ ਵਾਸਤੇ ਰੱਖਦੇ ਹੈ। ਹਿਤ ਦਾ ਅਰਥ ਵਾਸਤੇ ਵੀ ਹੁੰਦਾ, ਹਿਤ ਦਾ ਅਰਥ ਭਲਾ ਵੀ ਹੁੰਦਾ, ਲੱਗ ਜਾਂਦਾ ਦੋਵੇਂ ਪਾਸੇ। ਪਰਾਇਆਂ ਵਾਸਤੇ ਰੱਖਦੇ, ਆਪਣੇ ਵਾਸਤੇ ਮਹਾਤਮਾ ਪੁਰਸ਼ ਨਹੀਂ ਰੱਖਦੇ। ਨਦੀ ਆਏ ਗਏ ਮੁਸਾਫਰ ਦੀ ਤਾਂ ਪਿਆਸ ਤਾਂ ਦੂਰ ਕਰਦੀ ਹੈ, ਪਰ ਆਪ ਪਾਣੀ ਨਹੀਂ ਕਦੇ ਪੀਂਦੀ। ਵੇਖੋ ਜੜ ਹੈ ਵਿਚਾਰੀ, ਤੇ ਦਰਖਤ ਨਾਲ ਸੋਹਣੇ ਮਿੱਠੇ ਫਲ ਲੱਗਦੇ ਆ, ਪਰ ਉਸ ਕਦੇ ਆਪ ਨਹੀਂ ਖਾਧੇ, ਕੇਵਲ ਦੂਸਰੇ ਹੀ ਉੱਤੋਂ ਖਾਂਦੇ। ਇਹ ਬ੍ਰਿਸ਼ ਦਾ ਪਰਉਪਕਾਰ ਹੈ। ਬੱਦਲ ਬਾਰਿਸ਼ ਦੇ ਜਿਹੜੇ ਫਸਲਾਂ ਨੂੰ ਪਾਣੀ ਦਿੰਦੇ ਆ, ਤੇ ਉਹਨਾਂ ਕਦੇ ਦਾਣਾ ਨਹੀਂ ਖਾਧਾ ਬੱਦਲਾਂ ਨੇ। ਇਸੇ ਤਰ੍ਹਾਂ ਕਹਿੰਦੇ ਭਾਈ ਜਿਹੜੇ ਸਿਆਣੇ ਮਨੁੱਖ ਆ, ਪੈਸਾ ਰੱਖਦੇ ਜ਼ਰੂਰ ਆ, ਮਹਾਤਮਾ ਲੋਕ ਜਿਵੇਂ ਰੱਖਦੇ ਆ, ਪਰ ਉਹ ਕੇਵਲ ਪਰਉਪਕਾਰ ਲਈ। ਧਨ ਦੀ ਵਡਿਆਈ ਦੱਸਣ ਲੱਗੇ ਆ ਕਿ ਧਨ ਰੱਖੋ, ਪਰ ਪਰਾਇਆਂ ਦੇ ਦੂਜਿਆਂ ਦੇ ਭਲੇ ਵਾਸਤੇ ਕੰਜੂਸਪੁਣਾ ਨਹੀਂ ਕਰਨਾ ਚਾਹੀਦਾ। ਦਾਨੀ ਮਤਲਬ ਸੁਭਾਅ ਦੀ ਉਦਾਰਤਾ ਪੁਣੇ ਦਾ, ਸਖੀ ਪੁਣੇ ਦਾ, ਖੁੱਲ੍ਹ ਦਿਲੀ ਦਾ, ਦਾਨੀ ਸੁਭਾਅ ਦਾ ਕਥਨ ਕਰ ਰਹੇ। ਦੋਹਰਾ ਧਨ ਕੇ ਭਾਗੀ ਚਾਰ ਹੈ। ਕਹਿੰਦੇ ਆ ਧਨ ਕੇ ਕਹੀਏ ਪੈਸੇ ਦੇ ਭਾਗੀ, ਜਿਹੜੇ ਹਿੱਸੇਦਾਰ ਭਾਈ ਵਾਲੇ ਆ ਨਾ, ਲੈਣ ਦੇਣ ਵਾਲੇ, ਉਹ ਚਾਰ ਹੈ। ਉਹ ਚਾਰ ਹੈ ਹਿੱਸੇਦਾਰ ਭਾਗੀਵਾਲ, ਚਾਰ ਹੈ। ਕਿਹੜੇ ਕਿਹੜੇ? ਧਰਮ ਚੋਰ ਨਿਰਭਾਗ, ਇੱਕ ਤੇ ਧਰਮ, ਦੂਜਾ ਚੋਰ। ਹਾਂਜੀ, ਭਾਵ ਧਨ ਦੇ ਲੈਣ ਵਾਲੇ ਚਾਰ, ਇੱਕ ਤੇ ਧਰਮ, ਦੂਜਾ ਚੋਰ, ਤੀਜਾ ਨਿਰਭਰ ਕਹੀਏ ਰਾਜਾ, ਤੇ ਚੌਥਾ ਆਗ ਕਹੀਏ ਅੱਗ। ਹਾਂਜੀ, ਤੇ ਇਹ ਚਾਰੇ ਭਾਈ ਨੇ, ਤੇ ਇਹਨਾਂ ਚੌਵਾਂ ਦਾ ਵੱਡਾ ਭਾਈ ਭਲਾ ਕੌਣ ਹੈ? ਵੱਡਾ ਭਰਾ, ਉਹ ਧਰਮ ਹੈ। ਠੀਕ ਹੈ ਜੀ, ਇਹ ਸਮਝ ਲੈਣਾ। ਧਰਮ ਵੱਡਾ ਭਰਾ ਆ ਇਹਨਾਂ ਚੌਵਾਂ ਵਿੱਚੋਂ, ਤਿੰਨਾਂ ਦਾ ਵੱਡਾ ਭਰਾ ਧਰਮ ਆ। ਕੋਪੇ ਤਾਂ ਪੇ ਭਰਾਤ ਤਰੈ। ਪੰਡਤ ਅੱਜ ਬੜਾ ਸੋਹਣਾ ਲਿਖਦੇ ਆ, ਕਹਿੰਦੇ ਕੋਪੈ, ਕੋਪੈ ਕਹੀਏ, ਕੋਪੇ ਦਾ ਅਰਥ ਗੁੱਸਾ। ਹਾਂਜੀ, ਕਹਿੰਦੇ ਗੁੱਸੇ ਹੋ ਜਾਂਦੇ ਹਨ। ਤਾਂ ਪੈ, ਤਾਂ ਪੈ ਕਹੀਏ, ਤਾਂ ਦਾ ਅਰਥ ਉਸ, ਪੈ ਕਹੀਏ ਉੱਤੇ, ਉਸ ਉੱਤੇ ਗੁੱਸੇ ਹੋ ਜਾਂਦੇ ਉਸ ਉੱਤੇ। ਭਰਾਤ ਤਰੈ, ਤਿੰਨ ਭਰਾ। ਕਿਹੜੇ? ਚੋਰ, ਰਾਜਾ ਤੇ ਅੱਗ। ਕਿਸ ਤੇ? ਕਰੈ ਜੋ ਜੇਸ਼ਟ ਹੈ ਤਿਆਗ। ਕਹਿੰਦੇ ਜੋ ਕਹੀਏ ਜਿਹੜਾ ਜੇਸ਼ਟ ਹੈ ਕਹੀਏ ਵੱਡੇ ਦਾ, ਜਿਸ ਟਾਈਮ ਹੁੰਦਾ ਜੇਸ਼ਟ ਨਾਮ ਵੱਡੇ ਦਾ ਹੁੰਦਾ, ਜੇਠਾ ਜਿਹਨੂੰ ਕਹਿ ਦਿੰਦੇ ਆਪਾਂ। ਜੋ ਵੱਡੇ ਦਾ ਤਿਆਗ ਕਰੇ ਕਹੀਏ ਕਰ ਦਿੰਦੇ। ਹਾਂਜੀ, ਜੋ ਵੱਡੇ ਦਾ, ਜੋ ਮਨੁੱਖ ਜਿਹੜਾ ਪੁਰਸ਼ ਵੱਡੇ ਦਾ ਤਿਆਗ ਕਰ ਦਿੰਦਾ ਨਾ, ਤੇ ਇਹ ਤਿੰਨੇ ਭਰਾ ਫਿਰ ਉੱਤੇ ਗੁੱਸਾ ਕਰਦੇ। ਵੱਡਾ ਕੌਣ? ਉਹ ਧਰਮ ਹੈ। ਤਿੰਨਾਂ ਦਾ ਭਰਾ ਵੱਡਾ, ਭਾਵ ਜਿਹੜਾ ਧਰਮ ਤੇ ਲੇਖੇ ਨਹੀਂ ਲਾਉਂਦਾ, ਫਿਰ ਉੱਤੇ ਗੁੱਸਾ ਕਰਦੇ ਤਿੰਨੇ। ਭਾਵ ਇਹ ਕਹਿਣ ਦਾ ਕਿ ਦੌਲਤ ਦੇ ਚਾਰ ਹਿੱਸੇਦਾਰ ਹੈ ਪੈਸੇ। ਪਹਿਲਾ ਹੈ ਧਰਮ, ਦੂਜਾ ਚੋਰ, ਤੀਜਾ ਰਾਜਾ, ਤੇ ਚੌਥੀ ਅੱਗ। ਜਿਹੜਾ ਮਨੁੱਖ ਵੱਡੇ ਭਾਈ ਕਹੀਏ ਧਰਮ ਦਾ ਸਾਥ ਛੱਡ ਦਿੰਦਾ, ਅਰਥਾਤ ਆਪਣਾ ਜਿਹੜਾ ਧਰਮ ਛੱਡ ਦਿੰਦਾ, ਤੇ ਭਾਵ ਦਾਨ ਵੀ ਨਹੀਂ ਕਰਦਾ, ਦਸਵੰਧ ਨਹੀਂ ਕੱਢਦਾ, ਆਪਣਾ ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਨਹੀਂ ਕੱਢਦਾ, ਉਸ ਤੇ ਤਿੰਨੇ ਭਰਾ ਨਾਰਾਜ਼ ਹੋ ਜਾਂਦੇ, ਜਿਹੜੇ ਉਪਰੋਕਤ ਦੱਸ ਦਿੱਤੇ। ਫਿਰ ਜਾਂ ਤਾਂ ਚੋਰ ਚੁਰਾ ਲੈਂਦੇ, ਜਾਂ ਫਿਰ ਰਾਜਾ ਇਨਕਮ ਟੈਕਸ ਹੀ ਇੰਨਾ ਕੁ ਲਾ ਦਿੰਦਾ ਕਿ ਸਾਰਾ ਪੈਸਾ ਹੀ ਟੈਕਸ ਨਹੀਂ ਖਿੱਚ ਲੈਂਦਾ, ਜ਼ਬਤ ਕਰ ਲੈਂਦੇ ਆ ਮੁੱਖ ਮੰਤਰੀ ਲੋਕ। ਇਸ ਸਭ ਕਾਸੇ ਤੋਂ ਬਚ ਜਾਵੇ ਜੇ ਮੰਨ ਲਓ, ਜੇ ਸਭ ਕਿਸੇ ਤੋਂ ਬਚ ਜਾਵੇ ਨਾ ਧਨ, ਤਾਂ ਫਿਰ ਅੱਗ ਲੱਗ ਜਾਂਦੀ। ਸੋ ਤੇਸੇ ਦੀ ਮਾਇਆ ਦਾ ਸੁਭਾਅ ਆ। ਅਸੀਂ ਕਹਿਣਾ ਅੱਗ ਕਿੱਥੇ ਲੱਗਦੀ, ਅਸੀਂ ਲੱਗਣ ਹੀ ਨਹੀਂ ਦਿੰਦੇ, ਕੋਈ ਇੰਨੀ ਪੈਸਾ ਹੈ ਹੀ ਨਹੀਂ ਹੈ, ਲੱਗੇ ਕਿੱਥੇ। ਇਸ ਵਾਸਤੇ ਚੰਗਾ ਤਾਂ ਇਹੀ ਹੈ ਕਿ ਆਦਮੀ ਧਰਮ ਵਿੱਚ ਹੀ ਪੱਕਾ ਰਹੇ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹਨ, ਘਾਲ ਖਾਏ ਕਮਾਈ ਕਰਕੇ, ਘਾਲ ਕੇ ਕਮਾਈ ਕਰਕੇ ਫਿਰ ਖਾਏ ਕਿਛ ਹੱਥੋਂ ਦੇ ਕੁਛ, ਭਾਵ ਦਸਾਂ ਗੁਨਾਹਾਂ ਦੀ ਕਿਰਤ ਜਿਹੜੀ ਹੈ ਕਰਕੇ, ਤੇ ਉਹ ਉਹਦੇ ਵਿੱਚੋਂ ਦਸਵਾਂ ਹਿੱਸਾ ਹੱਥੋਂ ਆਪਣੇ ਕੱਢ ਕੇ ਦੇਵੇ। ਇਸ ਤਰ੍ਹਾਂ ਕਰੇ, ਫਿਰ ਇਹ ਤਿੰਨੇ ਭਰਾ, ਜਦੋਂ ਵੱਡੇ ਭਰਾ ਦਾ ਅਪਮਾਨ ਨਹੀਂ ਹੋਗਾ, ਤਿੰਨੇ ਭਰਾ ਵੀ ਸ਼ਾਂਤ ਰਹਿਣਗੇ।
ਇਹ ਵੀ ਆਪਾਂ ਪੜ੍ਹ ਚੁੱਕੇ ਹਾਂ। ਦਵਈਆ ਛੰਦ, ਦੋਹਰੇ ਤੋਂ ਬਾਅਦ ਦਵਈਆ ਛੰਦ। ਹੁਣ ਉਚਾਰਨ ਕਰਦੇ। ਸਭ ਜਨ ਕਰਤ ਪਦਾਰਥ ਸੰਗ੍ਰਹਿ। ਪੰਡਤ ਹਰਦਿਆਲ ਜੀ ਲਿਖਦੇ ਵੀ ਸਾਰੇ ਜਨ, ਸਾਰੇ ਮਨੁੱਖ ਅਨੇਕਾਂ ਯਤਨ ਕਰਤੇ ਨਾ, ਕਰਤ ਕਈ ਕਰਤੇ ਜਾਂ ਕਰਦਿਆਂ ਕਈ ਪ੍ਰਕਾਰ ਦੇ ਜਿਹੜੇ ਪਦਾਰਥ ਆ, ਘਰੇਲੂ ਪਦਾਰਥ, ਜੀਵਨ ਸੰਬੰਧੀ ਵਰਤਣ ਵਾਲੇ, ਉਹਨਾਂ ਦਾ ਸੰਗ੍ਰਹਿ ਕਹੀਏ, ਇਕੱਤਰ ਕਰਦੇ। ਪੁਨ ਤੇ ਰੱਖਿਆ ਕਰਤ ਉਪਾਏ। ਪੁਨ ਕਹੀਏ ਫਿਰ, ਤੇ ਕਹੀਏ ਉਹਨਾਂ ਫਿਰ ਤੇ ਕਹੀਏ ਉਹਨਾਂ ਪਦਾਰਥਾਂ ਦੀ ਜਿਹੜੀ ਰੱਖਿਆ ਲਈ, ਹਾਂਜੀ, ਉਪਾਏ ਕਹੀਏ ਯਤਨ, ਕਰਤ ਕਹੀਏ ਕਰਦੇ ਰਹਿੰਦੇ ਹਨ। ਸੰਭਾਲਣ ਦੀ ਇੱਛਾ ਕਰਦੇ ਨੇ, ਸੰਭਾਲ ਕੇ ਰੱਖੀਏ। ਉੱਤਮ ਰੱਖਿਆ ਤਿਆਗ ਪਦਾਰਥ। ਕਹਿੰਦੇ ਉੱਤਮ ਕਹੀਏ ਸ੍ਰੇਸ਼ਟ ਪੁਰਸ਼ ਤਾਂ ਧਨ ਪਦਾਰਥ ਦੇ ਰੱਖਿਆ ਕਹੀਏ ਰੱਖਣ ਦੇ, ਆ ਜੋੜ ਦੇ ਸੁਭਾਅ ਨੂੰ ਤਿਆਗ ਕਰਕੇ ਉੱਤਮ ਰੱਖਿਆ ਤਿਆਗ ਪਦਾਰਥ। ਉੱਤਮ ਪੁਰਸ਼ ਜਿਹੜੇ ਨਾ, ਉਹ ਧਨ ਪਦਾਰਥ ਦੇ ਜਿਹੜੇ ਹੈ ਨਾ ਰੱਖਿਆ, ਜਿਹੜੀ ਹੈ ਰੱਖਿਆ ਕਰਨੀ, ਰੱਖਣਾ ਆ ਉਹਨੂੰ ਸੰਭਾਲਣਾ, ਉਹਦਾ ਤਿਆਗ ਕਰਕੇ ਤੇ ਪੁੰਨ ਦਾਨ ਵਿੱਚ ਖਰਚ ਕਰ ਦਿੰਦੇ। ਠੀਕ ਹੈ ਜੀ। ਲੋੜਵੰਦਾਂ ਦੀ ਸਹਾਇਤਾ ਕਰਕੇ ਆਪਣੇ ਪੁੰਨਾਂ ਵਿੱਚ ਵਾਧਾ ਕਰਦੇ, ਪੁੰਨ ਕਰਕੇ ਪੁੰਨ ਬਣਾਉਂਦੇ। ਅਬ ਇਨ ਪਰ ਦ੍ਰਿਸ਼ਟਾਂਤ ਬਤਾਏ। ਕਹਿੰਦੇ ਅਬ ਕਹੀਏ ਹੁਣ, ਇਨ ਕਹੀਏ ਇਹਨਾਂ ਪਰ, ਕਹੀਏ ਉੱਪਰ, ਇਹਨਾਂ ਉੱਪਰ ਜਾਂ ਇਸ ਉੱਪਰ। ਅੱਗੇ ਇੱਕ ਜਿਹੜਾ ਕਹਿੰਦੇ ਆ ਜਿਹੜਾ ਦ੍ਰਿਸ਼ਟਾਂਤ ਮਿਸਾਲ ਪ੍ਰਮਾਣ ਦੇ ਕੇ ਬਤਾਏ ਕਹੀਏ ਬਤਾਉਂਦੇ ਹਾਂ, ਦੱਸਦੇ ਹਾਂ। ਜਿਉਂ ਜਲ ਸਰ ਕੋ ਸੂਕੈ ਸਰ ਮੈਂ। ਹੁਣ ਦੱਸਣ ਲੱਗੇ ਆ, ਦ੍ਰਿਸ਼ਟਾਂਤ ਦੇਣ ਲੱਗੇ ਆ। ਜਿਉਂ ਕਹੀਏ ਜਿਵੇਂ, ਸਰ ਕੋ ਕਹੀਏ ਸਰੋਵਰ ਦਾ, ਜਿਵੇਂ ਸਰੋਵਰ ਦਾ ਜਿਹੜਾ ਜਲ ਆ, ਪਾਣੀ ਆ, ਸੂਕੈ ਸਰ ਮੈਂ, ਸੂਕੇ ਕਹੀਏ ਸੁੱਕ ਜਾਂਦਾ ਹੈ, ਸਰ ਮੈਂ ਕਹੀਏ ਸਰੋਵਰ ਦੇ ਵਿੱਚ ਹੀ। ਭਾਵ ਉਸ ਸਰੋਵਰ ਦਾ ਪਾਣੀ ਬਾਹਰ ਕਿਤੇ ਨਿਕਲਦਾ ਨਹੀਂ ਅਤੇ ਉਸ ਜਲ ਨੂੰ ਕੋਈ ਵਰਤਦਾ ਨਹੀਂ ਹੈ। ਵਾਹ ਕ੍ਰਿਮ ਹੋਇਆ, ਵਾਹ ਕਹੀਏ ਜਾਂ ਕ੍ਰਿਮ ਕਹੀਏ, ਉਸ ਪਾਣੀ ਵਿੱਚ ਕਿਰਮ, ਕੀੜੇ ਜਿਹੜੇ ਹੋਇਆ ਕਹੀਏ ਹੋ ਜਾਂਦੇ ਪੈਦਾ। ਵਾਹ ਦਾ ਅਰਥ ਇੱਥੇ ਜਾਨ ਹੋਣਾ, ਵਾਹ ਜਾਂ ਅਥਵਾ। ਸਵਾਦ ਬਲਾਏ, ਉਸ ਦਾ ਜਿਹੜਾ ਸਵਾਦ ਹੈ, ਬਲਾਏ ਕਹੀਏ ਨਾਸ ਹੋ ਜਾਂਦਾ, ਮਾਰਿਆ ਜਾਂਦਾ। ਜਿਵੇਂ ਜਲ ਸਰ ਕੋ, ਸਰੋਵਰ ਦਾ ਜਲ ਜਿਵੇਂ ਸਰੋਵਰ ਵਿੱਚ ਹੀ ਸੁੱਕ ਜਾਂਦਾ। ਹਾਂਜੀ, ਕਹਿੰਦੇ ਸਰੋਵਰ ਦੇ ਜਲ ਦਾ ਪ੍ਰਮਾਣ ਜਾਂਦੇ, ਜਿਵੇਂ ਸਰੋਵਰ ਦਾ ਜਲ ਸਰੋਵਰ ਵਿੱਚ ਹੀ ਸੁੱਕ ਜਾਂਦਾ ਤੇ ਜਾਂ ਉਹਦੇ ਵਿੱਚ ਕੀੜੇ ਪੈ ਜਾਂਦੇ, ਜਾਂ ਦਾ ਸਵਾਦ ਨਾਸ ਹੋ ਜਾਂਦਾ, ਮਾਰਿਆ ਜਾਂਦਾ। ਨਾ ਕ੍ਰਿਮ ਸੂਕੇ ਨਾ ਜਲ ਪ੍ਰਵਾਹਿਕ। ਜੇਕਰ ਜਲ ਪ੍ਰਵਾਹਿਕ ਕਹੀਏ, ਨਾ ਕ੍ਰਿਮ ਸੂਕੇ ਨਾ, ਇੱਦਾਂ ਪਾਠ ਕਰਨਾ, ਨਾ ਕ੍ਰਿਮ ਸੂਕੇ ਨਾ। ਕਹਿੰਦੇ ਨਾ ਤੇ ਜਿਹੜੇ ਆ ਕਿਰਮ ਕੀੜੇ ਹੀ ਹੈ ਪੈਦਾ ਹੁੰਦੇ ਆ ਉਸ ਜਲ ਵਿੱਚ, ਸੂਕੇ ਨਾ ਹੀ ਉਹ ਜਲ ਸੂਕੇ ਕਹੀਏ ਸੁੱਕਦਾ ਹੈ। ਕਿਹੜਾ? ਜਿਹੜਾ ਜਲ ਪ੍ਰਵਾਹਿਕ, ਜਿਹੜਾ ਜਲ ਪ੍ਰਵਾਹਿਕ ਕਹੀਏ ਪ੍ਰਵਾਹ ਵਾਲਾ ਵਗਦਾ ਹੈ, ਪ੍ਰਵਾਹ ਰੂਪ ਹੋ ਕੇ ਚੱਲਦਾ ਰਹਿੰਦਾ, ਲੋਕਾਂ ਦੇ ਵਰਤਣ ਵਿੱਚ ਆਉਂਦਾ ਨਾ, ਉਹ ਜਲ ਜਿਨ੍ਹਾਂ ਦੇ ਕਿਰਮ ਪੈਂਦੇ, ਕੀੜੇ ਪੈਂਦੇ, ਨਾ ਸੁੱਕਦਾ ਹੀ। ਸੋ ਭਾਗ, ਇਸ ਭਾਗ ਪਾਠ ਕਰਨਾ ਜਾਂ ਸੁਭਗ ਪਾਠ ਕਰਨਾ। ਸੁਭਗ ਪਾਠ ਟਕਸਾਲੀ ਹੈ ਪਾਠ। ਸੁਭਗ ਸਵਾਦ ਤੇ ਅਰਥ ਸੁਭਾਏ। ਹਾਂਜੀ, ਅਰਥ ਸੁਭਾਏ ਪਾਠ ਕਰਨਾ, ਇੱਥੇ ਸੁਭਾਏ ਨਹੀਂ, ਇੱਥੇ ਸੁਭਾਏ ਪਾਠ ਕਰਨਾ। ਸੁਭਗ ਸਵਾਦ, ਸਗੋਂ ਉਸ ਦਾ ਸਵਾਦ ਜਲ ਦਾ ਵੀ ਜਿਹੜਾ ਸੁਭਗ ਕਹੀਏ ਸ੍ਰੇਸ਼ਟ, ਸੁਭਗ ਸ੍ਰੇਸ਼ਟ ਚੰਗਾ ਹੋ ਜਾਂਦਾ, ਚੰਗਾ ਹੁੰਦਾ। ਤੇ ਅਰਥ ਸੁਭਾਏ, ਤੇਵੇਂ ਕਹੀਏ ਅਰਥ ਕਹੀਏ ਧਨ ਦਾ, ਮਾਇਆ ਦਾ, ਸੁਭਾਏ ਕਹੀਏ ਸੁਭਾਅ। ਠੀਕ ਹੈ ਜੀ। ਪਰ ਜੋ ਧਨ ਧਰਤੀ ਆਦਿ ਦੇ ਵਿੱਚ ਦੱਬ ਕੇ ਰੱਖਣਾ ਹੈ, ਇਹ ਧਨ ਦਾ ਸੁੱਕਣਾ ਹੈ। ਠੀਕ ਹੈ ਜੀ। ਜੋ ਚੋਰਾਂ ਆਦਿ ਨੇ ਲੁੱਟ ਕੇ ਲੈ ਜਾਣਾ, ਇਹ ਧਨ ਵਿੱਚ ਸਵਾਦ ਆਦਿ ਦਾ
ਨਾਸ ਹੋ ਜਾਣਾ ਅਤੇ ਜੋ ਝਗੜੇ ਆਦਿ ਦਾ ਪੈਣਾ ਹੈ, ਠੀਕ ਹੈ ਜੀ, ਝਗੜਾ ਪੈ ਜਾਣਾ ਧਨ ਕਰਕੇ, ਇਹ ਧਨ ਵਿੱਚ ਕੀੜੇ ਪੈ ਜਾਣ ਦਾ ਮਤਲਬ ਹੈ। ਪਰ ਜਿਨ੍ਹਾਂ ਦਾ ਧਨ ਧਰਮ ਦੇ ਕੰਮਾਂ ਵਾਸਤੇ ਲੱਗਦਾ ਰਹਿੰਦਾ, ਉਹਨਾਂ ਦਾ ਧਨ ਨਾ ਸੁੱਕਦਾ, ਨਾ ਕੀੜੇ ਪੈਂਦੇ, ਨਾ ਹੀ ਚੋਰ ਆਦਿਕ ਲੁੱਟ ਕੇ ਲੈ ਜਾਂਦੇ। ਇਸ ਲਈ ਧਨ ਨੂੰ ਧਰਮ ਦੇ ਕੰਮਾਂ ਵਿੱਚ ਲਾਉਣਾ ਯੋਗ ਹੈ। ਭਾਵ ਜਿਹੜਾ ਧਨ ਦਾਨ ਹੁੰਦਾ ਨਾ, ਉਹ ਚੱਲਦੇ ਪ੍ਰਵਾਹ ਵਾਂਗ ਹੈ। ਉਹਦੇ ਵਿੱਚ ਜਿਹੜਾ ਇੱਧਰੋਂ ਮਾਇਆ ਇੱਧਰ ਆਪਾਂ ਵਰਤਾਤੀ, ਦਾਨ ਪੁੰਨ ਕਰ ਦਿੱਤਾ, ਧਰਮ ਦੇ ਕੰਮਾਂ 'ਚ ਹੋਰ ਦਾਨ ਪੁੰਨ ਕਰ ਦਿੱਤਾ, ਉਹਦੇ ਵਿੱਚ ਚੋਰਾਂ ਜਿਹੜੇ ਆ ਝਗੜੇ ਰੂਪੀ ਕੀੜੇ ਕਿੱਥੋਂ ਪੈਣੇ ਆ, ਅਤੇ ਦੱਬਣ ਰੂਪੀ ਧਨ ਨੂੰ ਸੁੱਕਣਾ ਕਿੱਥੋਂ ਉਹਨੇ। ਚੋਰਾਂ ਰੂਪੀ ਜਿਹੜਾ ਧਨ ਨੂੰ ਲੱਗਣਾ ਹੈ ਸਵਾਦ, ਉਹਦੇ ਵਿੱਚੋਂ ਕਿੱਥੋਂ ਜਿਹੜਾ ਹੈ ਮਾਰਿਆ ਜਾਣਾ ਹੈ। ਕਿਉਂਕਿ ਜਿਹੜਾ ਚੋਰਾਂ ਦਾ ਲੱਗਣਾ ਸਵਾਦ ਧਨ ਦਾ ਮਾਰਿਆ ਜਾਣਾ। ਇਹ ਦਵਈਆ ਛੰਦ ਵਿੱਚ ਉਚਾਰਿਆ। ਦਵਈਆ ਛੰਦ ਸਭ ਜਨ ਕਰਤ ਪਦਾਰਥ ਸੰਗ੍ਰਹਿ। ਸਾਰੇ ਮਨੁੱਖ ਪਦਾਰਥ ਜਿਹੜੇ ਧਨ ਦੌਲਤ ਅਤੇ ਪਦਾਰਥ ਕਹਿ ਲਓ, ਧਨ ਦੌਲਤ ਕਹਿ ਲਓ, ਸਾਰੇ ਜਨ ਪਦਾਰਥ ਜਿਹੜੇ ਸੰਗ੍ਰਹਿ ਇਕੱਤਰ ਕਰਤ ਕੀ ਕਰਦੇ ਰਹਿੰਦੇ ਆ। ਪੁੰਨ ਤੇ ਰੱਖਿਆ ਕਰਤ ਪਾਏ, ਪੁੰਨ ਕਹੀਏ ਫਿਰ ਉਹਨਾਂ ਦੀ ਜਿਹੜੀ ਰੱਖਿਆ ਆ, ਤਹਿ ਕਹੀਏ ਤੇ ਇਹਦਾ ਅਰਥ ਉਸ ਦੀ, ਫਿਰ ਜਾਂ ਉਹਨਾਂ ਪਦਾਰਥਾਂ ਦੀ, ਤੇ ਕਹੀਏ ਜਾਂ ਉਸ ਧਨ ਦੀ, ਉਸ ਪਦਾਰਥ ਦੀ ਰੱਖਿਆ ਕਰਨ ਲਈ ਉਹ ਪਾਈ ਯਤਨ ਕਰਤ ਕਹੀਏ ਕਰਦੇ ਰਹਿੰਦੇ ਆ। ਉੱਤਮ ਰੱਖਿਆ ਤਿਆਗ ਪਦਾਰਥ ਜਿਹੜੇ ਕਹਿੰਦੇ ਉੱਤਮ ਪੁਰਸ਼ ਆ, ਹਾਂਜੀ, ਉਹ ਪਦਾਰਥਾਂ ਦਾ ਤਿਆਗ ਕਰਨਾ, ਇਹੀ ਜਿਹੜੀ ਉੱਤਮ ਰੱਖਿਆ, ਠੀਕ ਹੈ ਜੀ। ਉੱਤਮ ਪੁਰਸ਼ ਪਦਾਰਥਾਂ ਦਾ ਤਿਆਗ ਕਰਨਾ ਹੀ ਰੱਖਿਆ ਸਮਝਦੇ, ਠੀਕ ਹੈ ਜੀ। ਜਾਂ ਉੱਤਮ ਰੱਖਿਆ ਤਿਆਗ ਪਦਾਰਥ, ਕਹਿੰਦੇ ਉੱਤਮ ਰੱਖਿਆ ਤਾਂ ਇਹ ਆ ਜਿਹੜਾ ਪਦਾਰਥਾਂ ਦਾ ਤਿਆਗ ਕਰ ਜਾਣਾ, ਉਹਨਾਂ ਦੀ ਪਕੜ ਛੱਡ ਦੇਣੀ, ਉਹਦੇ ਵਿੱਚ ਖਚਤ ਨਹੀਂ ਹੋਣਾ। ਇਹ ਚੰਗਾ ਹੀ ਜਿਹੜਾ ਆ, ਇਹ ਚੰਗੀ ਰੱਖਿਆ ਆ, ਇਹ ਉੱਤਮ ਸ੍ਰੇਸ਼ਟ ਰੱਖਿਆ ਵਾ ਧਨ। ਅਬ ਇਨ ਪਰ ਦ੍ਰਿਸ਼ਟਾਂਤ ਬਤਾਏ, ਅਬ ਕਹੀਏ ਹੁਣ ਇਨ ਕਹੀਏ ਇਸ ਉੱਪਰ ਦ੍ਰਿਸ਼ਟਾਂਤ ਮਿਸਾਲ ਉਦਾਹਰਨ ਪ੍ਰਮਾਣ ਦਿੰਦੇ ਹਾਂ। ਕੀ ਆ ਜਿਉਂ ਜਲ ਸਰ ਕੋ ਸੂਕੈ ਸਰ ਮੈਂ, ਵਾ ਕ੍ਰਿਮ ਹੋਵੈ ਵਾ ਸਵਾਦ ਬਿਲਾਏ। ਜਿਉਂ ਜਲ ਸਰ ਕੋ, ਕਹਿੰਦੇ ਜਿਵੇਂ ਜਲ ਸਰ ਕੋ ਕੇ ਸਰੋਵਰ ਦਾ ਸੂਕੇ ਸਰ ਮੈਂ, ਸਰੋਵਰ ਵਿੱਚ ਹੀ ਸੁੱਕ ਜਾਂਦਾ, ਵਾ ਕ੍ਰਿਮ ਹੈ ਅਥਵਾ ਉਹਦੇ ਵਿੱਚ ਕੀੜੇ ਪੈ ਜਾਂਦੇ ਆ, ਅਥਵਾ ਸਵਾਦ ਬਿਲਾਏ ਕਹੀਏ ਇਹ ਸਵਾਦ ਦਾ ਖਤਮ ਨਾਸ ਹੋ ਜਾਂਦਾ, ਮਾਰਿਆ ਜਾਂਦਾ। ਕਿਉਂਕਿ ਸਰੋਵਰ ਦਾ ਪਾਣੀ ਇੱਕ ਥਾਂ ਟਿਕਿਆ ਰਹਿੰਦਾ, ਹਾਂਜੀ। ਪਰ ਕਹਿੰਦੇ ਨਾ ਕ੍ਰਿਮ ਸੂਕੈ ਨਾ ਜਲ ਪ੍ਰਵਾਹ, ਜਿਹੜਾ ਜਲ ਪ੍ਰਵਾਹਕ ਕਹੀਏ ਵਗਦਾ ਨਾ, ਪ੍ਰਵਾਹ ਦਾ ਵਗਦਾ ਪਾਣੀ, ਹਾਂਜੀ, ਉਹਦੇ ਵਿੱਚ ਨਾ ਤਾਂ ਕਿਰਮ ਪੈਂਦੇ ਆ, ਨਦੀਆਂ 'ਚ ਕਦੀ ਕਿਰਮ ਪਏ ਨਾ, ਕਦੀ ਇਹਦਾ ਜਲ ਹੀ ਸੁੱਕਦਾ, ਪਹਾੜਾਂ ਜਿਹੜਾ ਪਾਣੀ ਆਉਣ ਡਿਆ, ਸੁਭਗ ਸਵਾਦ, ਉਹਦਾ ਸਵਾਦ ਹੀ ਸੁਭਗ ਹੈ, ਸ੍ਰੇਸ਼ਟ ਚੰਗਾ ਹੈ। ਤਿਉਂ ਅਰਥ ਸੁਭਾਏ ਤਿਵੇਂ ਧਨ ਦਾ ਸੁਭਾਅ ਆ, ਹਾਂਜੀ। ਧਨ ਦੀ ਆਦਤ ਵੀ ਇਹ ਸੁੱਕਣਾ, ਇਸੇ ਤਰ੍ਹਾਂ ਦੁਨੀਆਦਾਰ ਦੌਲਤ ਇਕੱਠੀ ਕਰਦੇ ਆ, ਇਹਦਾ ਇੱਕ ਜਗ੍ਹਾ ਰਹਿੰਦਿਆਂ ਜਿਹੜਾ ਵਾ ਸੁੱਕਣਾ ਹੀ, ਇਹਦਾ ਕੀ ਆ, ਅੱਗ ਲੱਗ ਜਾਣੀ, ਇੱਕ ਜਗ੍ਹਾ ਖਤਮ ਹੋ ਜਾਣੀ ਮਾਇਆ। ਉਹ ਤੁਹਾਨੂੰ ਦੱਸ ਦਿੱਤਾ ਵੀ ਦਾ ਕੀ ਆ, ਵੀ ਕੀੜੇ ਪੈਣੇ, ਇਹਦੇ ਵਿੱਚ ਕੀ ਹੈ, ਘਰ ਵਿੱਚ ਕਈ ਤਰ੍ਹਾਂ ਦੀ ਬਿਮਾਰੀ ਫੈਲ ਜਾਣੀ, ਉਹ ਪੈਸਾ ਸਾਰਾ ਡਾਕਟਰ ਦਵਾਈਆਂ ਵਿੱਚ ਲੱਗ ਜਾਣਾ, ਇਹ ਕੀੜੇ ਪੈਣਾ ਹੀ, ਕੀੜੇ ਪੈ ਜਾਣ ਦੀ ਗੱਲ ਆ। ਅਤੇ ਸਵਾਦ ਬਦਲਣਾ, ਭੈਣਾਂ ਭਰਾਵਾਂ ਵਿੱਚ, ਮਾਤਾ ਪਿਤਾ ਵਿੱਚ, ਸਾਕ ਸੰਬੰਧੀਆਂ ਵਿੱਚ ਪੈਸੇ ਦੇ ਲੈਣ ਦੇਣ ਤੋਂ ਫਿੱਕ ਪੈ ਜਾਣੀ, ਝਗੜੇ ਪੈ ਜਾਣੇ, ਕੋਰਟ ਕਚਹਿਰੀ ਤੱਕ ਨੌਬਤ ਆ ਜਾਣੀ, ਸਾਰਾ ਪੈਸਾ ਉੱਧਰ ਲੱਗ ਜਾਣਾ, ਇਹ ਸਵਾਦ ਮਾਰਿਆ ਜਾਣਾ, ਉਹਦਾ ਸਵਾਦ ਨਾਸ ਹੋ ਜਾਣਾ, ਖਤਮ ਹੋ ਜਾਣ ਦੇ ਬਰਾਬਰ ਆ। ਪਿੱਛੇ ਵੀ ਦੂਜੇ ਪ੍ਰਮਾਣ ਹੀ ਦਿੱਤਾ, ਇਹ ਵੀ ਪ੍ਰਮਾਣ ਹੀ ਸਮਝ ਲੈਣਾ। ਹੋਰ ਵੀ ਕਈ ਵਿਚਾਰਾਂ ਨਿਕਲ ਆਉਂਦੀਆਂ, ਸੁਰੋ ਵਿਚਾਰ ਦੋਹਰਾ। ਧਨ ਸੰਗ੍ਰਹਿ ਤੇ ਦਾਨ ਧਨ, ਧਨ ਦਾ ਦਾਨ ਕਰਨਾ ਚੰਗਾ ਹੈ,
ਇਹਦੇ ਵਿੱਚ ਹੁਣ ਦੱਸਣਗੇ ਧਨ ਸੰਗ੍ਰਹਿ ਤੇ ਦਾਨ ਧਨ। ਕਹਿੰਦੇ ਧਨ ਇਕੱਠਾ ਕਰਨ ਨਾਲੋਂ ਤਾਂ ਧਨ ਦਾ ਦਾਨ ਕਰਨਾ 100 ਗੁਣ ਅਧਿਕ ਪਛਾਣ, 100 ਗੁਣਾ ਜ਼ਿਆਦਾ ਚੰਗਾ ਜਿਹੜਾ ਪਛਾਣੋ ਜਾਣੋ। ਧਨ ਸੰਗ੍ਰਹਿ ਤੇ ਦਾਨ ਧਨ। ਧਨ ਸੰਗ੍ਰਹਿ ਕਹੀਏ ਇਕੱਠਾ ਇਕੱਤਰ ਕਰਨ, ਤੇ ਦਾ ਅਰਥ ਲੈਣਾ ਤੋਂ ਜਾਂ ਨਾਲੋਂ। ਧਨ ਇਕੱਤਰ ਕਰਨ ਨਾਲੋਂ ਜਾਂ ਧਨ ਇਕੱਤਰ ਕਰਨ ਤੋਂ ਦਾਨ ਧਨ, ਧਨ ਦਾ ਦਾਨ ਕਰਨਾ ਕਹਿੰਦੇ 100 ਗੁਣ, 100 ਗੁਣਾ ਅਧਿਕ ਕਹੀਏ ਇਹ ਬਹੁਤਾ ਚੰਗਾ ਹੈ। ਪਛਾਣ ਕਹੀਏ ਪਛਾਣੋ ਜਾਣ। ਬਿਨਾਂ ਦਾਨ ਜੋ ਦਰਬ ਹੈ। ਹੁਣ ਦੱਸਣ ਲੱਗੇ ਹਾਂ ਵੀ ਪਰਉਪਕਾਰ ਨਾ ਕਰਨਾ, ਪਰਉਪਕਾਰ ਵਿੱਚ ਪੈਸਾ ਧੇਲਾ, ਧਰਮ ਦੇ ਕੰਮ ਵਿੱਚ ਪੁੰਨ ਦਾਨ 'ਚ ਨਾ ਦੇਣਾ। ਪਰਉਪਕਾਰ ਵਿੱਚ ਲਾਏ ਬਿਨਾਂ ਜੋ ਧਨ ਹੈ, ਦਰਬ ਹੈ, ਪੈਸਾ ਹੈ, ਬਿਨਾਂ ਦਾਨ ਦੇ ਜੋ ਪੈਸਾ ਧਰਮ ਧਨ ਹੈ, ਦਰਬ ਦਾ ਅਰਥ ਧਨ, ਸੋ ਬਨ ਸੁਮਨ ਸਮਾਨ, ਸੋ ਬਨ, ਸੋ ਕਹੀਏ ਉਹ ਜਿਹੜਾ ਧਨ ਬਿਨਾਂ ਦਾਨ ਤੋਂ ਕਹਿੰਦੇ ਉਹ ਤੇ ਧਨ ਐਸਾ ਬਨ ਕਹੀਏ ਜੰਗਲ ਦੇ ਸੁਮਨ ਕਹੀਏ ਫੁੱਲ, ਫੁੱਲਾਂ ਦੇ ਸਮਾਨ ਕਹੀਏ ਬਰਾਬਰ ਤੁਲ। ਉਹ ਜੰਗਲ ਦੇ ਫੁੱਲਾਂ ਬਰਾਬਰ ਹੈ ਜਿਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ, ਭਾਵੇਂ ਵਧੀਆ ਹੀ ਫੁੱਲ ਹੋਣ ਨਾ ਤਾਂ ਉਹਦੀ ਕੋਈ ਸੁਗੰਧੀ ਲੈਂਦਾ, ਉਵੇਂ ਹੀ ਵਿਚਾਰੇ ਲੱਗ ਕੇ ਪੁੰਗਰ ਕੇ ਖਿੜ ਕੇ ਤੇ ਸੁੱਕ ਕੇ ਸੜ ਜਾਂਦੇ, ਡਿੱਗ ਪੈਂਦੇ ਆ ਤੇ ਉਹਦਾ ਕੋਈ ਫਲ ਨਹੀਂ ਮਿਲਦਾ। ਹਾਂਜੀ, ਤਾਂ ਬਿਨਾਂ ਦਾਨ ਜੋ ਪੈਸਾ ਹੈ ਸੋ ਇੱਦਾਂ ਪੈਸਾ ਜਾਣੋ ਬਣ ਕੇ ਜੰਗਲ ਦੇ ਫੁੱਲਾਂ ਦੇ ਸਮਾਨ ਬਰਾਬਰ। ਜੇ ਉਦਿਆਨ ਕੁਸਮ ਪ੍ਰਫੁੱਲਤ ਕਿਨੇ ਨਾ ਘਰਾਓ ਲਿਓ। ਠੀਕ ਹੈ ਜੀ, ਕਿਨੇ ਉਹਦੀ ਸੁਗੰਧੀ ਉਹਦਾ ਜਿਹੜਾ ਫਲ ਨਾ ਲਿਆ। ਮਹਾਰਾਜ ਕਹਿੰਦੇ ਜਿਵੇਂ ਉਦਿਆਨ ਕੇ ਜੰਗਲ ਦੇ ਕੁਸਮ ਕੇ ਫੁੱਲ ਪ੍ਰਫੁੱਲਤ ਹੁੰਦੇ। 326 ਅੰਗ ਦੇ ਸਤਿਗੁਰੂ ਕੇ ਬਚਨ ਇਹ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵਿੱਚ ਸੁਭਾਏਮਾਨ ਹੈ ਸਿੱਖਿਆ ਵਾਸਤੇ। ਤੇ ਦਾਨ ਬਿਨਾਂ ਜੋ ਧਨ ਹੈ ਉਹ ਬਣਦੇ ਫੁੱਲਾਂ ਵਾਂਗ ਨਿਸਫਲ ਹੀ। ਜੁਆਨ ਜਿਤੇਂਦਰ ਜਪ ਤਪੇ। ਜੋ ਇਹ ਜਿਹੇ ਗੁਣਾਂ ਵਾਲਾ ਪੁਰਸ਼ ਉਸ ਦੀ ਵਡਿਆਈ ਕਰਦੇ ਉਚਾਰਦੇ ਹਨ। ਜਵਾਨ ਜੋਬਨ ਅਵਸਥਾ, ਜਿਤੇਂਦਰ ਕਹੀਏ ਜਿਤ ਇੰਦਰ, ਲਾਵਾਂ ਵਿੱਚ ਏੜੀ ਨਿਕਲ ਬਣੂਗਾ ਜਿਤ ਇੰਦਰ, ਭਾਵ ਇੰਦਰ ਕਹੀਏ ਦਸੇ ਇੰਦਰੀਆਂ, 5 ਕਰਮ ਇੰਦਰੇ 5 ਗਿਆਨ ਇੰਦਰੇ। ਦਸੇ ਇੰਦਰੀਆਂ ਨੂੰ ਜਿੱਤ ਕਹੀਏ ਜਿੱਤਣ ਵਾਲਾ, ਦਸੇ ਇੰਦਰੀਆਂ ਵਿਸ਼ਿਆਂ ਵੱਲੋਂ ਰੋਕ ਕੇ ਰੱਖਣੀਆਂ ਜਿਤੇਂਦਰ ਹੈ। ਭਾਵ ਜੋਬਨ ਅਵਸਥਾ ਤੇ ਇੰਦਰੀਆਂ ਨੂੰ ਜਿੱਤਣਾ, ਭਾਵ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ ਵਾੜਿਆਂ ਪਾਸੇ ਵੱਲੋਂ। ਜਪ ਕਹੀਏ ਨਾਮ ਦਾ ਜਪ, ਕੋਈ ਜਾਪ ਕਰਨਾ ਕੇ ਮੰਤਰ ਦਾ। ਤਪੇ ਕਹੀਏ ਸਰੀਰ ਕਰਕੇ ਤਪੱਸਿਆ ਕਰਨੀ, ਸਰੀਰ ਨੂੰ ਧੋਣਾ। ਮ੍ਰਿਦ ਵਿਦਵਾਨ ਉਦਾਰ, ਮ੍ਰਿਦ ਕਹੀਏ ਕੋਮਲ ਮਿੱਠਾ ਸੁਭਾਅ ਹੋਣਾ, ਕੋਮਲ ਸੁਭਾਅ ਨਿਮਰਤਾ ਵਾਲਾ ਸੁਭਾਅ ਹੋਣਾ, ਸੀਲ ਸੁਭਾਅ ਹੋਣਾ। ਵਿਦਵਾਨ ਕਹੀਏ ਵਿਦਵਾਨ ਹੋਣਾ, ਉਦਾਰ ਕਹੀਏ ਦਾਨੀ ਹੋਣਾ, ਖੁੱਲ੍ਹ ਦਿਲੀ ਵਾਲੇ ਹੋਣਾ, ਸਖੀ ਪੁਣੇ ਸੁਭਾਅ ਵਾਲੇ ਹੋਣਾ। ਇਹਨੇ ਸਮਝ ਲਓ ਉਦਾਰ ਸ੍ਰੇਸ਼ਟ ਹੋਣਾ, ਦਾਨੀ ਹੋਣਾ, ਸਖੀ ਪੁਣਾ ਸੁਭਾਅ ਵਾਲੇ ਹੋਣਾ। ਦੀਨ ਮਾਨ ਨਹਿ ਨਵ ਗੁਣੀ, ਦੀਨ ਕਹੀਏ ਗਰੀਬੀ, ਫਿਰ ਮਾਨ ਨਹਿ ਜਿਹਦੇ ਅੰਦਰ ਮਾਣ ਨਹੀਂ ਹੈ, ਕੋਈ ਮਾਣ ਹੰਕਾਰ ਨਹੀਂ, ਪਰ ਨਿਮਰਤਾ ਹੋਣੀ, ਨਵ ਗੁਣੀ। ਦੀਨ ਕਹੀਏ ਗਰੀਬੀ, ਨਿਮਰਤਾ ਹੋਣੀ, ਫਿਰ ਮਾਣ ਨਾ ਹੋਣਾ, ਭਾਵ ਅਭਿਮਾਨ ਤੋਂ ਰਹਿਤ ਹੋਣਾ, ਹੰਕਾਰ ਤੋਂ ਰਹਿਤ ਹੋਣਾ। ਮਾਣ ਨਹਿ ਜਿਹਦੇ 'ਚ ਮਾਣ ਨਹੀਂ ਹੰਕਾਰ ਨਹੀਂ ਹੈ, ਅਤੇ ਦੀਨ ਕਹੀਏ ਗਰੀਬੀ ਕੀ ਨਿਮਰਤਾ ਹੋਣੀ। ਨਵ ਗੁਣ ਇਹ 9 ਗੁਣ, ਠੀਕ ਹੈ ਜੀ, ਨਵ ਗੁਣ। 9 ਗੁਣਾਂ ਦੇ ਸਹਿਤ ਜੋ ਹੋਵੇ ਉਹਨੂੰ ਕਹਿੰਦਾ ਗੁਣੀ। ਪਰ 9 ਗੁਣੀ 9 ਗੁਣਾਂ ਦੇ ਸਹਿਤ
ਜੋ ਮਨੁੱਖ ਆ ਨਾ ਨਵ ਗੁਣ ਆ ਗੁਣ ਹੈ। ਗੁਣ ਕੀ ਆ? ਜਵਾਨ, ਇਹ ਗੁਣ ਹੈ। ਜਿਹਨੂੰ ਜਵਾਨੀ ਆ ਜਿਸ ਮਨੁੱਖ ਦੀ ਉਹ ਗੁਣੀ। ਪਰ ਜੋਬਨ ਵਾਲਾ ਉਹ ਗੁਣੀ ਅਤੇ ਜੋਬਨ ਗੁਣ, ਅਤੇ ਜਿਹਦੇ ਇੱਧਰ ਤੇ ਜਵਾਨੀ ਉਹ ਗੁਣੀ। ਹਾਂਜੀ। ਅਤੇ ਨਵ ਗੁਣੀ 9 ਗੁਣਾ ਦੇ ਸਹਿਤ ਪੁਰਸ਼ ਜੋ ਗੁਣੀ ਐਸਾ 9 ਗੁਣਾ ਵਾਲਾ ਗੁਣੀ ਪੁਰਸ਼ ਆ। ਹਰ ਬਪ ਜਾਸ ਜੁਹਾਰ, ਹਰ ਬਪ ਤਾਸ ਜੁਹਾਰ। ਤਾਸ ਕਹੀਏ ਉਸ ਮਨੁੱਖ ਨੂੰ, ਹਰ ਕਹੀਏ ਪਰਮਾਤਮਾ ਦਾ, ਬਪ ਕਹੀਏ ਸਰੀਰ ਹੀ ਜਿਹੜਾ ਜੁਹਾਰ ਕਹੀਏ ਦੇਖਣਾ ਕਰੋ। ਅਥਵਾ ਕਵੀ ਜੀ ਕਥਨ ਕਰਦੇ ਆ ਕਿ ਐਸੇ ਗੁਣਾਂ ਵਾਲੇ ਪੁਰਖ ਨੂੰ ਸਾਡੀ ਜੁਹਾਰ ਕਹੀਏ ਨਮਸਕਾਰ ਹੈ। ਜੁਹਾਰ ਦਾ ਅਰਥ ਨਮਸਕਾਰ ਵੀ ਹੁੰਦਾ, ਜੁਹਾਰ ਦਾ ਅਰਥ ਦੇਖਣਾ ਵੀ ਹੁੰਦਾ। ਹਰੀ ਦਾ ਸਰੀਰ ਤਾਸ ਕਹੀ ਉਸ ਨੂੰ ਜੁਹਾਰ ਕਹੀ ਦੇਖਣਾ ਕਰੋ। ਹਰੀ ਦਾ ਸਰੀਰ ਤਾਸ ਕਹੀ ਉਸ ਨੂੰ ਦੇਖ ਕੇ ਜੁਹਾਰ ਕਹੀਏ ਨਮਸਕਾਰ ਕਰੋ। ਸਾਡੀ ਦੇ ਨਮਸਕਾਰ ਹੈ, ਇਹ ਕਹਿ ਰਹੇ ਆ। ਮਤਲਬ ਜਵਾਨ ਇੱਕ ਜਿਤੇਂਦਰ ਹੈ, ਜਿੱਤ ਇੰਦਰ ਹੈ, ਇੰਦਰੀਆਂ ਨੂੰ ਜਿੱਤਣ ਵਾਲਾ, ਇੰਦਰੇ ਜਿੱਤ, ਇੰਦਰ ਜਿੱਤ, ਜਿਹਨੇ ਇੰਦਰੀਆਂ ਨੂੰ ਜਿੱਤਿਆ। ਫਿਰ ਜਵਾਨੀ ਆ, ਨੌਜਵਾਨੀ ਆ। ਫਿਰ ਜਪ, ਤਪੀ, ਤਪੱਸਿਆ, ਵੇਦ ਕੋਮਲ ਸੁਭਾਅ, ਵਿਦਵਾਨ ਉਦਾਸ, ਦੀਨ ਮਾਨਨ, ਦੀਨਾ ਸੁਭਾਅ। ਹਾਂਜੀ। ਗਰੀਬੀ ਵਾਲਾ, ਨਿਮਰਤਾ ਵਾਲਾ, ਮਾਨ ਕੋਈ ਨਹੀਂ, ਅਭਿਮਾਨ ਕੋਈ ਨਹੀਂ, ਹੰਕਾਰ ਨਹੀਂ ਹੈ ਕੋਈ। ਨੌ ਕਹੀਏ 9 ਗੁਣੀ ਕਹੀਏ ਗੁਣਾ ਵਾਲਾ, 9 ਪੁਰਸ਼ਾਂ ਦਾ ਗੁਣੀ, 9 ਗੁਣਾਂ ਦਾ ਗੁਣੀ ਪੁਰਸ਼। ਹਰ ਬੱਬ ਤਾਸ ਜੁਹਾਰ। ਹਰੀ ਦਾ ਹੀ ਉਹ ਮੰਨ ਲਓ ਬੱਬ ਕਹੀਏ ਉਹਨੂੰ ਸਰੀਰ ਮਿਲਿਆ ਜਿਹਦੇ ਵਿੱਚ ਇੰਨੇ ਗੁਣ ਆ। ਤਾਸ ਕਹੀਏ ਉਸ ਨੂੰ ਅਤੇ ਜੁਹਾਰ ਕਹੀਏ ਦੇਖਣਾ ਕਰੋ। ਹਰੀ ਦਾ ਹੀ ਰੂਪ ਆ ਉਹ, ਅਤੇ ਉਹਨੂੰ ਨਮਸਕਾਰ ਵੀ ਕਰੋ। ਕਿਉਂਕਿ ਕਹਿੰਦੇ ਮੈਂ ਤਾਂ ਉਹਨੂੰ ਮੱਥਾ ਹੀ ਟੇਕਦਾ ਇਹੋ ਜਿਹੇ ਮਹਾਂਪੁਰਸ਼ ਨੂੰ। ਸਵਈਆ ਸਿੰਧ ਅਗਾਧ ਅਹੇ ਲਵਣੋ ਦਿਖ। ਸਿੰਧ ਸਮੁੰਦਰ, ਅਗਾਧ ਕਹੀਏ ਡੂੰਘਾ, ਅਹੇ ਕਹੀਏ ਹੈ, ਲਵਣੋਦਕ ਕਹੀਏ ਲਾਉਣ, ਲੂਣ ਕਹੀਏ, ਲਵਣ ਕਹੀਏ ਲੂਣ, ਅਤੇ ਹੋੜੇ ਵਿੱਚ ਨਿਕਲ ਗਿਆ ਊੜਾ ਬਣ ਗਿਆ ਓਦਕ, ਭਾਵ ਲਵਣ। ਓਦਕ ਨਾਮ ਹੁੰਦਾ ਪਾਣੀ ਦਾ। ਸਮੁੰਦਰ ਸਿੰਧ ਕੇ ਸਮੁੰਦਰ, ਅਗਾਧ ਕੇ ਬਹੁਤ ਡੂੰਘਾ, ਅਹੇ ਕਹੀਏ ਹੈ ਵਿਸ਼ਾਲ। ਉਸ ਵਿੱਚ ਪਾਣੀ ਹੈ ਪਰ ਉਹ ਪਾਣੀ ਕਿਸ ਕੰਮ ਹੈ? ਕਹਿੰਦੇ ਲਵਣ, ਲੂਣ ਵਾਲਾ। ਓਦਕ ਕਹੀਏ ਪਾਣੀ। ਆਹ ਲੂਣ ਵਾਲਾ ਪਾਣੀ ਉਹਦਾ ਭਾਵ ਖਾਰਾ। ਤਦਪ ਕਿਆ ਕਹੂੰ ਪਿਆਸ ਨ ਟਾਰੈ। ਤਦਪ ਤਾਂ ਵੀ ਕਹਿੰਦੇ ਵੀ ਡੂੰਘਾ ਹੈ ਲੂਣ ਵਾਲਾ ਪਾਣੀ ਹੈ ਸਮੁੰਦਰ ਦਾ, ਅਤੇ ਡੂੰਘਾ ਹੈ। ਤਦਪ ਕਹਿੰਦੇ ਤਦ ਫਿਰ ਵੀ ਕਿਆ ਕੀਏ ਕੀ ਹੈ, ਫਿਰ ਵੀ ਕੀ ਆ ਕਿ ਜਾਂ ਕਿਆ ਦਾ ਅਰਥ ਹੁੰਦਾ ਕਿਸੇ ਦੀ ਕਿਆ, ਫਿਰ ਵੀ ਕਿਆ ਕੀ, ਫਿਰ ਵੀ ਕੀ ਆ ਕਹੂੰ ਪਿਆਸ ਨ ਟਾਰੇ। ਕਿਉਂਕਿ ਜੋ ਕਹੂੰ ਕਹੀਏ ਕਿਸੇ ਦੀ ਪਿਆਸ ਜਿਹੜੀ ਹੈ ਤੇ ਆ ਉਹਨੂੰ ਹੀ ਟਾਰੇ ਕੇ ਟਾਲਦਾ ਨਹੀਂ, ਦੂਰ ਨਹੀਂ ਕਰਦਾ। ਜਦੋਂ ਉਹ ਕਿਸੇ ਦੀ ਪਿਆਸ ਹੀ ਨਹੀਂ ਟਾਲਦਾ, ਦੂਰ ਹੀ ਨਹੀਂ ਕਰਦਾ, ਅਤੇ ਕੀ ਉਹਦੇ ਡੂੰਘੇ ਹੋਣ ਦਾ ਕੋਈ ਮਤਲਬ ਹੈ? ਕੋਈ ਨਹੀਂ। ਸਮੁੰਦਰ ਬਹੁਤ ਡੂੰਘਾ, ਵਿਸ਼ਾਲ, ਉਸ 'ਚ ਪਾਣੀ ਆ, ਪਰ ਲੂਣ ਵਾਲਾ ਖਾਰਾ ਹੈ, ਜਿਸ ਕਰਕੇ ਉਹ ਕਿਸੇ ਦੀ ਪਿਆਸ ਦੂਰ ਹੀ ਨਹੀਂ ਕਰਦਾ। ਹਾਂਜੀ। ਜਾਨ ਪ੍ਰਮਾਨ ਜੋ ਬਾਰ ਸੋਚਾਰ। ਜਾਨ ਨਾਮ ਗੋਡੇ ਦਾ, ਜਿਹੜਾ ਗੋਡੇ ਬਰਾਬਰ ਨਦੀ ਦਾ ਪਾਣੀ ਭਾਵੇਂ ਥੋੜ੍ਹਾ ਹੀ ਹੈ, ਉਹ ਫਿਰ ਵੀ ਸ੍ਰੇਸ਼ਟ ਹੈ। ਜਾਨ ਪ੍ਰਮਾਣ ਜੋ ਬਾਰ ਕਹੀਏ ਜਲ, ਬਾਰ ਦਾ ਅਰਥ ਜਲ ਹੈ। ਪਾਣੀ ਕਹਿੰਦੇ ਜੋ ਜਾਣ ਕਹੀਏ ਗੋਡਿਆਂ ਦੇ, ਪ੍ਰਮਾਣ ਕਹੀਏ ਪ੍ਰਮਾਣ ਆ, ਪ੍ਰਮਾਣ ਤੱਕ ਬਰਾਬਰ ਆ, ਤੋਲਿਆ ਸਮਾਨ ਹੈ। ਜੋ ਗੋਡਿਆਂ ਦੇ ਬਰਾਬਰ ਪਾਣੀ ਆ, ਕਹਿੰਦੇ ਸੋ ਚਾਰ, ਕਹਿੰਦੇ ਉਹ ਸੋ ਕਹੀਏ ਉਹ ਚਾਰ ਸ੍ਰੇਸ਼ਟ ਆ, ਉਹ ਫਿਰ ਵੀ ਸ੍ਰੇਸ਼ਟ ਆ। ਕਿਉਂ? ਤ੍ਰਿਖਾ ਨਰ ਨਾਰ ਮ੍ਰਿਗਾਦ ਕੀ ਹਾਰੇ। ਨਦੀ ਕਹਿੰਦੇ ਮਹਾਨ ਆ,
ਇਹ ਜੋ ਤ੍ਰਿਖਾ ਕਹੀਏ, ਤ੍ਰਿਖਾ ਨਾਮ ਤੇ ਦਾ, ਪਿਆਸ ਦਾ, ਜੋ ਵੇਖੋ ਪਿਆਸ ਨਰ ਪੁਰਸ਼ਾਂ ਦੀ, ਨਰ ਕਈ ਇਸਤਰੀਆਂ ਦੀ, ਔਰਤ ਮਰਦ ਦੀ, ਮ੍ਰਿਗ ਤੋਂ ਕਹੀਏ ਹਿਰਨ, ਹਿਰਨ ਤੋਂ ਆਦਿ ਹੋਰ ਜੰਗਲੀ ਜਾਨਵਰਾਂ ਦੀ ਜਿਹੜੀ ਪਿਆਸ ਨੂੰ ਹਾਰੇ ਕਹੀਏ, ਹਰਦਾ, ਨਾਸ ਕਰਦਾ, ਦੂਰ ਕਰਦਾ, ਉਹ ਜਲ ਨਦੀ ਦਾ, ਉਹ ਮਹਾਨ ਹੈ। ਭਾਵ ਜਿਹੜਾ ਗੋਡੇ ਬਰਾਬਰ ਨਦੀ ਦਾ ਪਾਣੀ, ਉਹ ਭਾਵੇਂ ਥੋੜ੍ਹਾ ਹੀ ਆ, ਉਹ ਫਿਰ ਵੀ ਸ੍ਰੇਸ਼ਟ ਆ, ਜੋ ਇਸਤਰੀ ਪੁਰਸ਼ ਹਿਰਨ ਜੰਗਲੀ ਜਾਨਵਰਾਂ ਦੀ ਤ੍ਰੇ ਪਿਆਸ ਨੂੰ ਦੂਰ ਕਰਦਾ। ਨੈਕ ਧਨਾੜ ਤਥਾ ਪੇ ਬਡੋ, ਨੈਕ ਧਨਾੜ, ਨੈਕ ਨਾਮ ਹੁੰਦਾ ਥੋੜ੍ਹੇ ਦਾ, ਹਾਂਜੀ ਛੋਟੇ ਦਾ, ਕਹਿੰਦੇ ਨੈਕ ਧਨਾੜ। ਇਸੇ ਤਰ੍ਹਾਂ ਛੋਟਾ ਸ਼ਾਹੂਕਾਰ ਹੈ, ਉਹ ਨੈਕ ਧਨਾੜ, ਛੋਟਾ ਧਨਾੜ ਪੁਰਸ਼ ਸ਼ਾਹੂਕਾਰ ਹੈ, ਥੋੜ੍ਹਾ ਰਸ ਪੂੰਜੀ ਵਾਲਾ। ਤਥਾ ਪੇ ਵੱਡੋ, ਕਹਿੰਦੇ ਤਥਾ ਪੇ ਕਹੀਏ ਫੇਰ ਵੀ, ਵੱਡੋ ਕਹੀਏ ਵੱਡਾ ਹੈ ਉਹ। ਅਰਥੀ ਵਿਅਰਥੇ ਜਹ ਜਾਤ ਨਾ ਦੁਆਰੇ, ਜਹ ਕਹੀਏ ਕਹਿੰਦੇ ਜਿੱਥੇ ਵੇਖੋ ਅਰਥੀ ਜਿਹੜੇ ਵਿਚਾਰੇ ਲੋੜਵੰਦ ਲੋਕ ਆ, ਜਿਸ ਦੇ ਦੁਆਰੇ ਤੋਂ ਅਰਥੀ ਲੋੜਵੰਦ ਵਿਅਰਥੇ ਕਹੀਏ ਖਾਲੀ, ਐ ਵਿਅਰਥ ਜਾਤ ਜਾਂਦੇ ਨਾ ਕਹੀਏ ਨਹੀਂ ਹੈ। ਜਿੱਥੋਂ ਲੋੜਵੰਦ ਵਿਅਰਥ ਨਹੀਂ ਜਾਂਦੇ, ਜਿਸ ਦੇ ਦੁਆਰੇ ਤੋਂ, ਉਹ ਛੋਟਾ ਸ਼ਾਹੂਕਾਰ ਵੀ ਵੱਡਾ ਆ। ਹਾਂਜੀ, ਛੋਟਾ ਸ਼ਾਹੂਕਾਰ ਵੱਡਾ ਜਾਣੋ, ਜਿਸ ਦੇ ਦਰਵਾਜ਼ੇ ਤੋਂ ਕੋਈ ਦੁਖਿਆਰਾ ਸਵਾਲੀਆ ਮੰਗਤਾ ਲੋੜਵੰਦ ਗਰੀਬ ਗੁਰਬਾ ਵਿਚਾਰਾ ਨਿਰਾਸ਼ ਨਹੀਂ ਮੁੜਦਾ, ਭਾਵ ਭਰਿਆ ਜਾਂਦਾ ਹੈ। ਸੰਤ ਸਾਧੂ ਜਿੱਥੋਂ ਮੰਗਣ ਆਉਂਦੇ ਤੇ ਗੱਲਾਂ ਨਹੀਂ ਕਰਾਉਂਦੇ, ਉਹ ਤੇ ਛੋਟਾ ਸ਼ਾਹੂਕਾਰ, ਛੋਟਾ ਮੰਨ ਲਓ ਪੈਸੇ ਵਾਲਾ ਗਰੀਬ ਪੁਰਸ਼ ਵੀ ਵੱਡਾ ਹੀ ਜਾਣ। ਜਾ ਧਨ ਰਾਸ ਨਿਰਾਸਕ ਪਿਛਕ, ਜਾ ਕਹੀਏ ਜਿਸ, ਹਾਂਜੀ ਜਿਸ ਪਾਸ ਦੌਲਤ ਤਾਂ ਬਹੁਤ ਹੈ, ਪਰ ਲੋੜਵੰਦ ਮੰਗਣ ਵਾਲੇ ਖਾਲੀ ਮੁੜਦੇ ਹਨ। ਜਾਂ ਧਨ ਰਾਸ, ਜਾਂ ਕਹੀਏ ਜਿਸ ਪੁਰਸ਼ ਦੇ ਪਾਸ ਧਨ ਦੀ ਜਿਹੜੀ ਰਾਸ ਕਹੀਏ ਰਾਸ਼ੀ ਆ, ਜਾਂ ਧਨ ਆ, ਉਹਦੀ ਧਨ ਰਾਸ ਕਹੀਏ ਬਹੁਤਾ, ਜਿਸ ਪਾਸ ਧਨ ਬਹੁਤਾ, ਠੀਕ ਆ। ਨਿਰਾਸਕ ਭਿੱਛਕ, ਪਰ ਜਿਹੜੇ ਭਿੱਛਕ ਆ, ਮੰਗਤੇ ਆ, ਭਿੱਖਿਆ ਮੰਗਣ ਵਾਲੇ ਗਰੀਬ ਗੁਰਬੇ ਆ, ਉਹ ਨਿਰਾਸਕ ਕਹੀਏ ਆਸਾ ਤੋਂ ਬਿਨਾਂ ਹੀ, ਉਮੀਦ ਪੂਰੀ ਹੋਣ ਤੋਂ ਬਿਨਾਂ ਹੀ, ਆਸ ਮੁਰਾਦ ਤੋਂ ਖਾਲੀ, ਨਿਰਾਸ਼ ਹੀ ਜਿਹੜੇ ਆ, ਹਾਂਜੀ ਵਿਚਾਰੇ ਮੁੜਦੇ ਆ। ਸੋ ਧਨ ਕਿਆ, ਕਹਿੰਦੇ ਉਹ ਸੋ ਕਹੀਏ ਉਹ ਧਨ, ਕਿਆ ਕਹੀਏ ਕੀ ਆ, ਉਹ ਧਨ ਵੀ ਕੀ ਆ। ਚੁਵਤੀ ਛਤ ਧਾਰ, ਹਾਂਜੀ ਕਹਿੰਦੇ ਉਹ ਕੀ, ਉਹ ਧਨ ਕੀ ਆ। ਚੁਵਤੀ ਕਹੀਏ ਚੌਂਦੀ ਜਿਹੜੀ ਹੈ ਛੱਤ ਆ, ਕੀ ਉਹ ਧਾਰੇ ਕਹੀਏ ਉੱਥੇ ਰੱਖੇਗਾ, ਉੱਥੇ ਲਾਏਗਾ। ਪੰਡਤ ਹਰਦਿਆਲ ਜੀ ਬੜਾ ਤਾੜ ਕੇ ਕਹਿੰਦੇ, ਭਾਵ ਜਿੱਥੋਂ ਜਿਸ ਪਾਸ ਪੈਸਾ ਬਹੁਤਾ, ਲੋੜਵੰਦ ਮੰਗਣ ਵਾਲੇ ਆਉਂਦੇ ਆ, ਖਾਲੀ ਮੁੜਦੇ, ਕੀ ਉਹ ਧਨ, ਕਹਿੰਦੇ ਸੋ ਧਨ ਕਿਆ ਕੀ, ਉਹ ਧਨ ਕੀ ਆ। ਤੇ ਕੀ ਉਹ ਜਿਹੜਾ ਕਹਿੰਦੇ ਧਨ ਆ, ਜਿਹੜਾ ਵਾ ਇਹ ਵੀ ਅਮੀਰ ਆਦਮੀ ਆ, ਤੇ ਉਹ ਬਰਸਾਤ ਵਿੱਚ ਕੀ ਉਹਨੂੰ ਚੋਂਦੀ ਹੋਈ ਛੱਤ ਤੇ ਲਾਵੇਗਾ, ਧਾਰੇ ਕੋਈ ਰੱਖੇਗਾ, ਉੱਥੇ ਧਾਰੇਗਾ। ਉੱਥੇ ਕਿਤੇ ਉਹ ਧਨ ਚੋਂਦੀ ਛੱਤ ਤੇ ਲਾਊਗਾ ਵੀ ਆ ਪਾਣੀ ਰੋਕ ਲਾਂ, ਉਹਦਾ ਫਾਇਦਾ ਕੀ ਦੱਸੋ। ਇਹ ਗਰੀਬ ਗੁਰਬੇ ਨੂੰ ਦਿੰਦਾ, ਉਹ ਕਰਨਾ ਕੀ ਹੈ, ਜਿੱਥੇ ਲੋਕ ਮੁੜ ਜਾਣ ਦੇ, ਕੋਈ ਫਾਇਦਾ ਨਹੀਂ ਹੈ। ਉਹ ਵੱਡਾ ਧਨੀ ਵੀ ਨਿਕੰਮਾ ਹੀ ਤੁਸੀਂ ਜਾਣੋ। ਇਹ ਪੰਡਤ ਹਰਦਿਆਲ ਜੀ ਦੇ ਕਹਿਣ ਦਾ ਮਤਲਬ ਹੈ। ਸਿੰਧ ਅਗਾਧ ਅਹਿ ਲਵਨੋ, ਦੇਖ ਦੋਹਰੇ ਤਾਂ ਦੱਸਣ ਡਿਆ, ਕੇਵਲ ਅਰਥ ਕਿਸੇ ਨੂੰ ਨਹੀਂ ਸਮਝ ਪੈਂਦੀ। ਇਹ ਦ੍ਰਿਸ਼ਟਾਂਤ ਅਲੰਕਾਰਾਂ ਦੇ ਅਨੁਸਾਰ ਕਥਨ ਕਰਦੇ ਆ ਵੀ ਭਾਵੇਂ ਵੇਖੋ ਸਿੰਧ ਜਿਹੜਾ ਸਮੁੰਦਰ ਆ ਬਹੁਤ ਵੱਡਾ, ਅਗਾਧ ਕਹੀਏ ਤੇ ਅਗਾਧ ਬੇਅੰਤ ਜਲ ਵਾਲਾ, ਤੇ ਜਾਂ ਅਗਾਧ ਕਹੀਏ ਬਹੁਤ ਡੂੰਘਾ, ਪਰ ਉਸਦਾ ਜਿਹੜਾ ਪਾਣੀ ਆ ਲਵਣ ਉਦਕ,
ਲਵਣ ਉਦਕ ਕਹੀਏ ਲੂਣ ਵਾਲਾ ਹੈ। ਉਦਕ ਨਾਮ ਉਹਦਾ ਜਿਹੜਾ ਉਦਕ ਪਾਣੀ ਹੈ ਨਾ, ਉਹ ਲਵਣ ਕਹੀਏ ਲੂਣ ਵਾਲਾ ਹੈ, ਭਾਵ ਖਾਰਾ ਹੈ। ਤਦਬ ਕਿਆ ਕਹੂ ਪਿਆਸ ਨਾ ਟਾਰੇ। ਹਾਂਜੀ, ਇੰਨਾ ਡੂੰਘਾ ਵਿਸ਼ਾਲ ਹੋਣ ਦੇ ਬਾਵਜੂਦ ਵੀ ਤਦਬ ਕਹੀਏ ਤਾਂ ਵੀ ਕਿਆ ਕੀਏ ਕੀ ਹੋਇਆ। ਜੇ ਉਹ ਡੂੰਘਾ ਤੇ ਤਦਬ ਕਿਆ ਕੀ ਹੋਇਆ, ਕਹੂੰ ਪਿਆਸ ਨਾ ਟਾਰੇ। ਜੇਕਰ ਉਹ ਕਹੂੰ ਕਹੀਏ ਕਿਸੇ ਦੀ ਪਿਆਸ ਜਿਹੜੀ ਆ ਤੇ ਆ ਉਸ ਨੂੰ ਟਾਲਦਾ ਹੀ ਨਹੀਂ ਆ, ਉਹਨੂੰ ਦੂਰ ਹੀ ਨਹੀਂ ਕਰਦਾ, ਕੀ ਕੰਮ ਹੈ ਉਹ। ਜਾਨ ਪ੍ਰਮਾਣ ਜੋ ਬਾਰ ਸੋਚਾਰ। ਪਰ ਕਹਿੰਦੇ ਜੋ ਨਦੀ ਆਦਿ ਦਾ ਪਾਣੀ ਹੈ ਨਾ, ਛੋਟੇ ਛੋਟੇ ਜਿਹੜੇ ਆ ਪਾਣੀ ਦੇ ਝਰਨੇ ਵਗਦੇ ਆ, ਜੋ ਜਾਨ ਕਹੀਏ ਜੋ ਬਾਰ ਜੋ ਪਾਣੀ ਜਾਨ ਗੋਡਿਆਂ ਦੇ ਪ੍ਰਮਾਣ ਕਹੀਏ ਤੁਲ ਬਰਾਬਰ ਆ। ਸੋ ਚਾਰ ਉਹ ਕਹਿੰਦੇ ਚਾਰ ਸ੍ਰੇਸ਼ਟ ਆ, ਸੁੰਦਰ ਆ, ਉਹ ਚੰਗਾ ਆ, ਤਿਰਖਾ ਨਰ ਨਾਰ, ਜਿਹੜਾ ਤੇ ਮਾਈਆਂ ਤੇ ਪੁਰਸ਼ਾਂ ਦੀ ਮ੍ਰਿਗ ਹਿਰਨਾਦ ਆਦਿਕ ਜੰਗਲੀ ਜਾਨਵਰਾਂ ਦੀ ਹਾਰੇ ਕਹੀਏ ਹਰਦਾ ਆ, ਨਾਸ ਕਰਦਾ। ਸਮੁੰਦਰ ਦਾ ਪਾਣੀ ਬਹੁਤ ਆ, ਕਿਸੇ ਦੀ ਪਿਆਸ ਬੁਝਾਉਣ ਦੇ ਕੰਮ ਨਹੀਂ ਆਉਂਦਾ। ਨਦੀ ਦਾ ਪਾਣੀ ਥੋੜ੍ਹਾ ਕੁ ਹੈ, ਪਰ ਪਰਉਪਕਾਰ ਦੇ ਤਾਂ ਕੰਮ ਆਉਂਦਾ ਹੀ ਹੈ। ਇਹ ਦ੍ਰਿਸ਼ਟਾਂਤ ਅਤੇ ਦਾ ਦ੍ਰਿਸ਼ਟਾਂਤ ਰੂਪ ਵਿੱਚ ਕਥਨ ਕਰ ਲੱਗੇ। ਇਹ ਦ੍ਰਿਸ਼ਟਾਂਤ ਤੇ ਹੁਣ ਦਾ ਦ੍ਰਿਸ਼ਟਾਂਤ ਅੱਗੇ ਹੀ ਆ, ਆਪਾਂ ਜਿਹਨੂੰ ਪੜ੍ਹ ਚੁੱਕੇ ਹਾਂ ਨੈਕਤ ਨਾਲ। ਕਹਿੰਦੇ ਇਸੇ ਤਰ੍ਹਾਂ ਨਦੀ ਦੇ ਪਾਣੀ ਥੋੜ੍ਹੇ ਪਾਣੀ ਦੀ ਨਿਆਈ, ਭਾਵੇਂ ਕੋਈ ਨੈਕ ਛੋਟਾ ਥੋੜ੍ਹਾ ਹੀ ਧਨਾੜ ਸ਼ਾਹੂਕਾਰ ਆ ਤਾਂ ਥੋੜ੍ਹਾ ਹੀ ਧਨ ਵਾਲਾ ਵਿਚਾਰਾ, ਤਥਾਪਿ ਵੱਡੋ ਤਥਾਪਿ ਕਹੀਏ ਫਿਰ ਵੀ ਉਹ ਵੱਡਾ ਹੈ, ਫਿਰ ਵੀ ਉਹ ਭਾਜੀ ਵੱਡਾ ਆ, ਵੱਡਾ ਉਹ ਕਿਉਂ ਵੱਡਾ ਆ, ਕਿਉਂਕਿ ਅਰਥੀ ਬਿਰਥੇ ਜੈ ਜਾਤ ਆਨੰਦ ਵਾਰੇ। ਜੈ ਕਹੀਏ ਜਿੱਥੋਂ, ਜੈ ਕਹੀਏ ਜਿਸ ਦੇ ਦਰਵਾਜ਼ੇ ਤੋਂ ਕੋਈ ਵੀ ਜਿਹੜਾ ਅਰਥੀ ਮੰਗਤਾ ਵਿਚਾਰਾ ਉਹ ਵਿਅਰਥ ਖਾਲੀ ਨਹੀਂ ਜਾਤ ਕਹੀਏ ਜਾਂਦਾ, ਸਭ ਨੂੰ ਥੋੜ੍ਹਾ ਬਹੁਤਾ ਦਾਨ ਕਰਦਾ ਹੀ ਰਹਿੰਦਾ ਹੈ, ਉਹ ਪੁਰਸ਼ ਧਨ ਆ। ਗਰੀਬ ਵੀ ਜੇ ਮੰਨ ਲਓ ਜੇ ਗਰੀਬ ਥੋੜ੍ਹੇ ਪੈਸੇ ਵਾਲਾ ਉਹ ਵੀ ਵੱਡਾ ਹੈ, ਕੋਠੀਆਂ ਵਾਲਿਆਂ ਦਾ ਕੋਈ ਫਾਇਦਾ ਨਹੀਂ। ਜਾ ਧਨ ਰਾਸ ਨਿਰਾਸਕ ਭਿਛਕ, ਜਾ ਕਹੀਏ ਜਿਸ ਮਨੁੱਖ ਦੇ ਪਾਸ ਧਨ ਦੀ ਬੇਅੰਤ ਰਾਸ ਕਹੀਏ ਪੂੰਜੀ ਹੈ, ਧਨ ਦਾ ਖਜ਼ਾਨਾ ਹੈ, ਤੇ ਪਰ ਉਹਦੇ ਘਰੋਂ ਭਿਛਕ ਭਿਖਾਰੀ ਵਿਚਾਰੇ ਨਿਰਾਸ ਹੋ ਕੇ ਖਾਲੀ ਮੁੜ ਜਾਂਦੇ। ਸੋ ਧਨ ਕਿਆ ਚੁਪਤੀ ਸ਼ਤ ਧਾਰੇ। ਕਹਿੰਦੇ ਉਸ ਧਨ ਨੂੰ ਕੀ ਕਰਨਾ, ਕੀ ਉਹ ਜਿਹੜਾ ਧਨ ਆ ਚੋਂਦੀ ਹੋਈ ਛੱਤ ਦੇ ਧਾਰੇ ਕਹੀਏ ਧਾਰੇਗਾ, ਲਗਾਏਗਾ, ਰੱਖੇਗਾ। ਜਦੋਂ ਧਨ ਕਿਸੇ ਕੰਮ ਹੀ ਨਹੀਂ ਆਉਂਦਾ ਤਾਂ ਫਿਰ ਉਹ ਧਨ ਨਿਸਫਲ ਹੀ ਜਾਣਨਾ ਕਰੋ, ਫਿਰ ਕੀ ਫਾਇਦਾ, ਦਾ ਕੋਈ ਫਾਇਦਾ ਨਹੀਂ ਹੈ। ਸਰਸੋ ਸਿੰਧ ਤੇ ਸਰਸੋ, ਫਿਰ ਅੱਗੇ ਸੀ ਗੱਲ ਨੂੰ ਦੁਹਰਾ ਰਹੇ ਹਾਂ। ਧਨ ਦੀ ਉਸਤਤੀ ਗਰੀਬ ਦੇ ਰਾਹੀਂ, ਸ਼ਾਹੂਕਾਰ ਦਾਨੀ ਦੇ ਰਾਹੀਂ ਤੇ ਕੰਜੂਸ ਦੇ ਰਾਹੀਂ ਜਿਹੜੀ ਹੈ ਧਨ ਦੀ ਹੀ ਵਡਿਆਈ ਤੇ ਇਸੇ ਤਰ੍ਹਾਂ ਨਿੰਦਿਆ ਪੰਡਿਤ ਹਰਦਿਆਲ ਜੀ ਕਰ ਰਹੇ ਹੈ। ਸਰਸੋਂ ਸਿੰਧ ਤੇ ਸਰਸੋਂ, ਸਰਸੋਂ ਨਾਮ ਇਹ ਪਾਠ ਇਕੱਠਾ ਹੀ ਕਰਨਾ ਹੈ। ਸਰਸੋਂ ਪਾਠ ਜਿਹੜਾ ਨਾ ਇਹ ਪਾਠ ਇਕੱਠਾ ਹੀ ਕਰਨਾ, ਇਹਨੂੰ ਆਪਣੇ ਕੋਲੋਂ ਸਾਰਸੋ ਨਹੀਂ ਕਰ ਲੈਣਾ। ਸੋ ਗਈਏ ਉਹ ਛੋਟਾ, ਸਰ ਗਈਏ ਤਲਾ, ਸਿੰਧ ਗਈਏ ਸਮੁੰਦਰ, ਤੇ ਕਹੀਏ ਤੂੰ ਬਹੁਤ, ਸਰਸੋ ਗਈਏ ਸ੍ਰੇਸ਼ਟ ਵੱਡਾ ਹੈ ਸਰਸੋ ਸਿੰਧ ਤੇ ਸਰਸੋਂ ਹੈ। ਸਰਸੋ ਇੱਥੋਂ ਅਰਥ ਲੈਣਾ ਸੋ ਤੋਂ, ਉਹ ਸਰ ਸਰੋਵਰ ਕਹਿੰਦੇ ਸਿੰਧ ਤੇ, ਸਿੰਧ ਕਹੀਏ ਸਮੁੰਦਰ, ਤੇ ਕਹੀਏ ਤੋਂ ਜਾਂ ਨਾਲੋਂ ਸਰਸੋਂ ਕਹੀਏ ਵੱਡਾ ਹੈ। ਰਤਨੋਦਕ ਖਾਨਨ ਪੀ ਸਭ ਭਾਵੈ, ਭਾਵੇਂ ਕਿ ਉਸ ਤਲਾਅ ਵਿੱਚ ਰਤਨੋਦਕ ਰਤਨ ਆਦਿ ਕੋਈ ਵੀ ਖਾਣ ਨਹੀਂ, ਪਰ ਫਿਰ ਵੀ ਸਭ ਦੇ ਮਨ ਨੂੰ ਭਾਵੇਂ ਕਹੀਏ ਚੰਗਾ ਪਿਆਰਾ ਲੱਗਦਾ।
ਖਾਨ ਨਾ ਪੀ। ਇਹ ਖਾਨਨ ਪਾਠ ਇਕੱਠਾ ਹੀ ਕੀਤਾ। ਇਹ ਪਾਠ ਖਾਨਨ ਇਕੱਠਾ ਨਹੀਂ, ਖਾਨ ਨਾ ਇੱਦਾਂ ਪਾਠ ਹੋਊਗਾ ਵੀ ਉਹ ਤਲਾਅ ਸਮੁੰਦਰ ਤੋਂ ਵੱਡਾ ਹੈ, ਭਾਵੇਂ ਉਹਦੇ ਵਿੱਚ ਰਤਨਾਂ ਦੀ ਖਾਣ ਵੀ ਕੋਈ ਨਹੀਂ, ਬਹੁਤਾ ਪਾਣੀ ਨਹੀਂ ਹੈ, ਫਿਰ ਹੀ ਵੱਡਾ, ਕਿਉਂਕਿ ਸਾਰਿਆਂ ਨੂੰ ਚੰਗਾ ਲੱਗਦਾ। ਇਸ ਤਰ੍ਹਾਂ ਇਹ ਬਣੂ ਅਰਥ। ਖਾਨਨ ਪਾਠ ਇਕੱਠਾ ਨਹੀਂ ਕਰਨਾ। ਰਤਨੋਦਕ ਖਾਨਨ, ਜਾਂ ਇੱਦਾਂ ਕਰ ਲਓ ਵੀ ਵੇਖੋ ਜਲ ਦਾ ਅਤੇ ਰਤਨਾਂ ਦੀ ਤਾਂ ਖਾਣ ਹੀ ਸਮੁੰਦਰ ਹੈ। ਹਾਂਜੀ, ਭੀ ਸਭ ਭਾਵੇ। ਭੀ ਕਹੀਏ ਫਿਰ ਵੀ ਜਿਹੜਾ ਸਰੋਵਰ ਆ ਨਾ, ਉਹ ਹੀ ਸਾਰਿਆਂ ਨੂੰ ਭਾਵੇਂ ਕਈ ਚੰਗਾ ਲੱਗਦਾ। ਹਾਂਜੀ, ਅਤੇ ਪਹਿਲਾ ਪਾਠ ਹੈ ਰਤਨੋਦਕ ਖਾਨ ਨਾ, ਕਿਉਂਕਿ ਇਹ ਅਰਥ ਪ੍ਰਕਰਨ ਮੁਤਾਬਕ ਇਹੀ ਆ ਵੀ ਸਰੋਵਰ, ਉਹ ਸਰੋਵਰ ਕਹਿੰਦੇ ਸਿੰਧ ਤੋਂ ਕਹੀਏ ਸਮੁੰਦਰ ਨਾਲੋਂ ਸਰਸੋਂ ਵੱਡਾ ਹੈ, ਚੰਗਾ ਹੈ, ਕਿਉਂਕਿ ਭਾਵੇਂ ਕਿ ਰਤਨੋਦਕ ਖਾਨਨ ਖਾਨ ਨਾ, ਰਤਨਾਂ ਦੀ ਅਤੇ ਪਾਣੀ ਦੀ ਉਹ ਏਡਾ ਖਾਨ ਨਹੀਂ ਹੈ, ਖਜ਼ਾਨਾ ਨਹੀਂ ਹੈ। ਪੀ ਸਭ ਭਾਵੇ, ਫਿਰ ਵੀ ਸਭ ਸਕੇ ਸਾਰਿਆਂ ਨੂੰ ਭਾਵੇਂ ਚੰਗਾ ਹੀ ਲੱਗਦਾ, ਸਾਰਿਆਂ ਦੇ ਮਨ ਨੂੰ, ਕਿਉਂਕਿ ਉਹ ਪਿਆਸ ਪੂਰੀ ਕਰਦਾ, ਡੁਬੋਂਦਾ ਨਹੀਂ, ਪਾਣੀ ਵੀ ਚੰਗਾ। ਪਿਆਸ ਸਰਮੀ ਪਥ ਕੀ ਜਨ ਕੇ, ਕਿਉਂਕਿ ਕਹਿੰਦੇ ਉਹ ਤਲਾਅ ਜੋ ਹੈ, ਪਥ ਕਹੀਏ ਰਸਤੇ ਦੇ, ਜਾਨ ਕਹੀਏ ਪੁਰਖਾਂ ਦੀ, ਜਿਹੜੀ ਆ ਸਰਮੀ ਕਹੀਏ ਥਕਾਵਟ ਤੇ ਪਿਆਸ ਹੈ। ਪਿਆਸ ਸਰਮੀ ਪਥ ਕੀ ਜਾਨ ਕੇ, ਕਿਉਂਕਿ ਕਹਿੰਦੇ ਉਹ ਤਲਾਅ ਉਹ ਤਲਾਅ ਆ ਜੋ ਪਥ ਰਸਤੇ ਦੇ ਜਿਹੜੇ ਜਨਾਂ ਦੀ ਜਿਹੜੀ ਹੈ ਸਰਮੀ ਥਕਾਵਟ ਤੇ ਪਿਆਸ ਆ, ਹਾਂਜੀ, ਉਸ ਨੂੰ ਲਾਉਂਦਾ, ਉਸ ਪਿਆਸ ਤੇ ਸ਼ਰਮ ਥਕਾਵਟ ਨੂੰ ਦੂਰ ਕਰਨ ਦੇ ਮੋਹ ਕਹੀਏ ਵੀ ਸਮਰੱਥ ਦਰਸਾਵੇ ਦਿਖਦਾ ਹੈ। ਸ਼ਰਮ ਨਾਸਨ ਮੋਹ ਸਮਰੱਥ ਦਰਸਾਵੇ, ਭਾਵ ਆਉਂਦੇ ਜਾਂਦੇ ਰਾਹੀਆਂ ਦੀ ਪਿਆਸ ਵੀ ਬੁਝਾਉਂਦਾ, ਅਤੇ ਕੁਝ ਰਾਹੀ ਉਸ ਵਿੱਚ ਨਹਾ ਕੇ ਆਪਣੀ ਥਕਾਵਟ ਵੀ ਲਾ ਲੈਂਦੇ। ਇਹਨੂੰ ਇੱਦਾਂ ਅਰਥ ਕਰਨਾ, ਪਿਆਸ ਸਰਮੀ ਪਥ ਕੀ ਜਾਣਗੇ। ਪਥ ਜਿਹੜੇ ਰਸਤੇ ਦੇ ਜਾਣੇ ਹਨ, ਰਸਤੇ ਦੇ ਜਨਾਂ ਦੀ, ਪਥ ਕੀਰ, ਪਥ ਨਾਮ ਰਾਹੀ ਦਾ ਵੀ, ਰਾਹੀ ਦੀ ਜਿਹੜੇ ਜਾਣੇ ਨਾ, ਜਨ ਰਾਹੀਆਂ ਦੀ ਉਹ ਜਿਹੜੀ ਪਿਆਸ ਵੀ ਮੇਟਦਾ ਤਲਾਅ, ਅਤੇ ਸ਼ਰਮੀ ਕੀ ਥਕਾਵਟ ਵੀ, ਸ਼ਰਮ ਥਕਾਵਟ, ਨਾਸਨ, ਨਾਸਨ ਕਹੀਏ ਨਾਸ, ਹਾਂਜੀ, ਥਕਾਵਟ ਨਾਸਨ ਦੇ ਨਾਸ ਕਰਨ ਦੇ ਮੋਹ ਕਹੀਏ ਵਿੱਚ ਸਮਰੱਥ ਬਲਵਾਨ ਦਰਸਾਵੇ ਕਹੀਏ ਦਿਖਦਾ। ਤਾਂ ਕਰਕੇ ਉਹ ਸਰੋਵਰ ਸਮੁੰਦਰ ਨੂੰ ਵੱਡਾ, ਕਿਉਂਕਿ ਲੋਕ ਨਹਾ ਲੈਂਦੇ ਉਹ 'ਚ, ਅਤੇ ਜਲ ਉਹ ਛਕ ਵੀ ਲੈਂਦੇ ਆ। ਹਾਂਜੀ, ਸੋ ਸਰ ਜਿਉ ਤਨ ਨੈਕ ਤਨ, ਪਿਆਸ ਸਰਮੀ ਪਥ ਕੇ ਜਨ ਕੇ। ਕਈ ਥਾਂ 'ਤੇ ਪਥ ਕੀ ਲਿਖਿਆ ਅਤੇ ਕਈ ਥਾਂ 'ਤੇ ਪਥ ਕੇ। ਪਥ ਕੇ ਪਾਠ ਸ਼ੁੱਧ ਲੱਗਦਾ ਸੀ, ਪਥ ਕੇ ਜਨ ਕੇ। ਥੱਕੇ ਹੋਏ ਜਿਹੜੇ ਮੁਸਾਫਰ ਆ, ਉਹਦੀ ਮੁਸਾਫਰ ਦੀ ਪਿਆਸ ਦੇ ਥਕੇਵਾਂ ਦੂਰ ਕਰਨ ਵਿੱਚ ਬਲਵਾਨ ਦਿਸਦਾ ਹੈ। ਵਾਹਿਗੁਰੂ। ਪਥ ਪਿਆਸ ਸਰਮੀ ਪਥ, ਪਥ ਕੀ ਪਾਠ ਹੀ ਆ, ਪਥ ਕੇ ਜਨ ਕੇ ਇਹ ਪਾਠ ਨਹੀਂ, ਪਥ ਕੀ, ਪਿਆਸ ਸਰਮੀ ਪਥ ਕੀ, ਭਾਵ ਰਸਤੇ ਦਾ ਥਕੇਵਾਂ ਅਤੇ ਪਿਆਸ। ਹਾਂਜੀ, ਅਰਥ ਵਾਸਤੇ ਇੱਦਾਂ ਕਰਨਾ ਕਿ ਕਿਉਂਕਿ ਜਿਹੜਾ ਸੋਧੇ ਸੁੱਧ ਹੀ ਅਰਥ ਹੋਵੇ। ਪਿਆਸ ਸਰਮੀ ਪਥ ਕੀ ਜਾਣ ਕੇ, ਜਨ ਦੇ ਰਸਤੇ ਦੇ ਅਰਥ ਵਾਸਤੇ ਪਥ ਕੇ ਜਨ ਕੀ, ਇੱਦਾਂ ਕਰਨਾ ਅਨਵੇਂ ਕਰਕੇ, ਪਥ ਕੇ ਜਨ ਕੀ ਪਿਆਸ
ਸ਼ਰਮੀ। ਠੀਕ ਹੈ ਜੀ। ਕਿ ਜਿਹੜੇ ਰਸਤੇ ਦੇ ਮਨੁੱਖਾਂ ਦੀ, ਜਨਾਂ ਦੀ, ਪੁਰਸ਼ਾਂ ਦੀ, ਇੱਕ ਤਾਂ ਉਹ ਪਿਆਸ ਮੇਟਦਾ, ਇੱਕ ਸ਼ਰਮੀ ਕਹੀਏ ਥਕਾਵਟ ਮੇਟਦਾ। ਅਤੇ ਉਹ ਸ਼ਰਮ ਨਾਸਨ, ਸ਼ਰਮ ਕਹੀ ਜਿਹੜਾ ਥਕੇਵੇਂ ਨੂੰ ਨਾਸ ਕਰਨ ਦੇ ਵਿੱਚ ਵੀ ਸਮਰੱਥ ਦਰਸਾਵੇ, ਦਿਖਦਾ। ਹਾਂਜੀ। ਜਾਂ ਵੀ ਪਥ ਕੇ ਜਨ ਕੀ ਪਿਆਸ ਸ਼ਰਮੀ, ਰਸਤੇ ਦੇ ਜਿਹੜੇ ਮਨੁੱਖਾਂ ਦੀ ਅੰਦਰ ਪਿਆਸ ਹੁੰਦੀ ਹੈ, ਸ਼ਰਮੀ ਕੀ ਥਕਾਵਟ ਹੁੰਦੀ ਆ, ਸ਼ਰਮ ਨਾਸਨ ਮੋਹ ਸਮਰੱਥ ਦਰਸਾਵੇ। ਉਸ ਸ਼ਰਮ ਕਹੀਏ ਥਕਾਵਟ ਨੂੰ ਨਾਸਨ ਦੂਰ ਕਰਨ ਦੇ ਮੋਹ ਕਹੀਏ ਵਿੱਚ ਸਮਰੱਥ ਦਰਸਾਵੇ, ਦਿਖਦਾ। ਇੱਦਾਂ ਹੀ ਹੋ ਜਾਂਦਾ ਅਰਥ, ਇੱਦਾਂ ਬਿਲਕੁਲ ਸਹੀ ਅਰਥ। 99 ਕਰਕੇ ਕਰ ਲੈਣਾ ਭਈ ਪਾਥ ਕੇ ਜਨ ਕੀ ਪਿਆਸ ਸ਼ਰਮੀ। ਠੀਕ ਹੈ ਜੀ। ਸੋ ਸਾਰ ਜਿਉ ਤਨ ਨੈਕ ਧਨੀ, ਤੇਵੇਂ ਹੀ ਕਹਿੰਦੇ ਸੋ ਸਾਰ, ਉਹ ਜਿਹੜਾ ਸੋ ਕਹੀਏ ਉਹ ਸਾਰ ਜਿਹੜਾ ਤਲਾਅ ਦੇ ਜਿਉਂ ਕਹੀਏ ਵਾਂਗ, ਤਿਵੇਂ ਹੀ ਉਹ ਤਲਾਅ ਦੇ ਵਾਂਗ ਜਿਹੜੇ ਨੈਕ ਕਹੀਏ ਛੋਟੇ, ਧਨੀ ਪੁਰਸ਼, ਧਨ ਵਾਲਾ ਪੁਰਸ਼ ਆ। ਹਾਂਜੀ। ਧਨ ਨੈਕ ਧਨੀ ਸੋ ਸਾਰ ਕਹਿੰਦੇ ਉਹ ਜਿਹੜਾ ਤਲਾਅ ਨਾ, ਜਿਹਦੀ ਉਪਮਾ ਦੱਸੀ ਵੀ ਥਕਾਵਟ ਦੂਰ ਕਰਦਾ, ਪਿਆਸ ਦੂਰ ਕਰਦਾ, ਉਹ ਸੋ ਸਾਰ ਜਿਉਂ, ਜਿਵੇਂ ਉਹ ਸਰੋਵਰ ਆ, ਉਹਦੇ ਵਾਂਗ ਹੀ ਕਹਿੰਦੇ ਜਿਹੜਾ ਨੈਕ ਛੋਟਾ ਧਨੀ ਹੈ ਨਾ, ਧਨ ਵਾਲਾ, ਜਿਹ ਦੁਆਰ ਹੈ ਤੇ ਸਭ ਕੋ ਵਰਸਾਵੇ, ਜੇ ਕਹੀਏ ਜਿਸ ਦੇ ਦੁਆਰ ਹੈ, ਦਰਵਾਜ਼ੇ ਤੇ ਕਹੀਏ ਤੋਂ, ਸਭ ਕਹੀਏ ਸਾਰਿਆਂ ਕੋ ਕਹੀਏ ਨੂੰ, ਸਾਰਿਆਂ ਨੂੰ ਵਰਸਾਵੇ, ਵਰਸੋਇਆ ਜਾਂਦਾ। ਹਾਂਜੀ। ਭਾਵ ਆਏ ਗਏ ਸਾਧੂ ਫਕੀਰਾਂ ਦੀ ਸੇਵਾ ਹੁੰਦੀ ਹੈ, ਉਹਨਾਂ ਦੀ ਗਰਜ ਪੂਰੀ ਹੁੰਦੀ ਹੈ। ਸਿੰਧ ਧਨੀ ਕਾਹੂ ਕਿਦੇ ਨਾ ਕਨੀ, ਫਿਰ ਜੋ ਸਿੰਧ ਸਮੁੰਦਰ ਆ, ਉਹਦੇ ਬਾਰੇ ਵੀ ਦੱਸਿਆ ਤੁਹਾਨੂੰ ਵੀ ਉਹ ਐਡੀ ਕੋਈ ਗੱਲ ਨਹੀਂ ਹੁੰਦੀ, ਖਾਰਾ ਵੀ ਆ, ਡੂੰਘਾ ਵੀ ਆ, ਅਤੇ ਧਨੀ ਪੁਰਸ਼ ਵੱਡੇ ਸਮੁੰਦਰ ਦੀ ਨਿਆਈ। ਫਿਰ ਜੋ ਸਿੰਧ ਸਮੁੰਦਰ ਦੀ ਨਿਆਈ, ਬੇਅੰਤ ਧਨ ਵਾਲਾ ਧਨੀ ਪੁਰਸ਼ ਸ਼ਾਹੂਕਾਰ ਹੈ, ਕਹੂੰ ਦੇ ਨਾ ਕਨੀ, ਪਰ ਉਹ ਕਹੂੰ ਕਹੀਏ ਕਿਸੇ ਵੀ ਗਰੀਬ ਨੂੰ ਕਣੀ ਜਿਹੜੀ ਨਾ, ਇੱਕ ਕਣੀ ਮਾਤਰ ਵੀ ਦਾਨ ਪੁੰਨ ਦੇ ਕੇ ਰਾਜੀ ਨਹੀਂ। ਹਾਂਜੀ। ਕਿਸੇ ਨੂੰ ਕਣੀ ਵੀ ਨਹੀਂ ਦਿੰਦਾ, ਦੇ ਕਹੀਏ ਦਿੰਦਾ, ਜਾਂ ਦੇ ਕੇ ਰਾਜੀ ਨਾ ਕਹੀਏ ਨਹੀਂ ਹੈ, ਦੇਣਾ ਹੀ ਨਹੀਂ ਕਰਦਾ। ਜੋ ਵੀ ਦਰਵਾਜ਼ੇ 'ਤੇ ਆਉਂਦਾ ਖਾਲੀ ਮੁੜ ਜਾਂਦਾ, ਫਿਰ ਉਹ ਧਨ ਨੂੰ ਦੇਖੋ ਕੀ ਕਰੇਗਾ। ਸਭ ਗਾਲਾਂ ਕੱਢ ਦਿੰਦੇ, ਉਹ ਤੂੰ ਮਰਿਆ ਹੀ ਆ, ਤੇਰੇ ਹੱਥ ਪੈਰ ਹੈ ਨਹੀਂ, ਗੱਲਾਂ ਕੀ ਕਰ ਦਿੰਦੇ। ਕਿਦੋਂ ਪੱਕ ਬਰਣੀ ਪਰ ਪੀਸ ਕੇ ਲਾਵੇ, ਕਿਦੋਂ ਕਹਿੰਦੇ ਉਹ ਜਦੋਂ ਧਨ ਦਾਨ ਹੀ ਨਹੀਂ ਦੇਣਾ ਕਰਦਾ, ਫਿਰ ਦੱਸੋ ਧਨ ਦਾ ਕੀ ਕਰੇਗਾ। ਕਿਦੋਂ ਕਹੀਏ ਵੀ ਜਾਂ ਫਿਰ ਉਹ ਪੱਕੇ ਹੋਏ ਜਿਹੜਾ ਬਰਣੀ ਕਈ ਜ਼ਖਮ ਫੋੜਾ, ਉਹ ਫੋੜੇ ਦੇ ਉੱਪਰ ਉਹ ਧਨ ਪੀਸ ਕੇ ਲਾਵੇ, ਕਈ ਲਗਾਉਣਾ ਕਰੇਗਾ। ਹਾਂਜੀ। ਜਦੋਂ ਉਸ ਸਮੁੰਦਰ ਦੀ ਨਿਤ ਧਨੀ ਆ, ਕਹੂੰ ਕਹੀਏ ਕਿਸੇ ਨੂੰ ਕਣੀ ਦੇ ਕੇ ਵੀ ਰਾਜੀ ਨਹੀਂ ਹੈ। ਅਤੇ ਪੰਡਿਤ ਹਰਦਿਆਲ ਜੀ ਕਹਿੰਦੇ ਆ ਵੀ ਕਦੋਂ ਅਥਵਾ ਜਾਂ ਫਿਰ ਉਹ ਦੇਣਾ ਤਾਂ ਨਹੀਂ ਚਾਹੁੰਦਾ, ਅਤੇ ਪੱਕ ਜਿਹੜਾ ਪੱਕਾ ਹੋਇਆ ਬਰਣੀ ਫੋੜਾ, ਉਹਦੇ ਉੱਪਰ ਪੀਸ ਕੇ ਲਾਵੇਗਾ ਕੀ, ਕਿ ਦਾਨ ਨਹੀਂ ਕਰਨਾ। ਅਰਥਾਤ ਧਰਮ ਦੇ ਕਾਰਜ 'ਤੇ ਜ਼ਰੂਰ ਦਾਨ ਕਰਨਾ ਚਾਹੀਦਾ, ਜੇ ਨਹੀਂ ਕਰਨਾ ਤਾਂ ਕਿੱਥੇ ਲਾਊਗਾ ਉਹਨੂੰ, ਉਹਨੂੰ ਪੀਸ ਕੇ ਪੱਕਿਆਂ ਹੋਇਆਂ ਫੋੜਿਆਂ 'ਤੇ ਲਾਊਗਾ, ਜਦੋਂ ਕਿ ਇਹਨੂੰ ਦੇਣਾ ਹੀ ਨਹੀਂ। ਸੋ ਸਾਰ ਜਿਉ ਤਨ ਨੈਕ ਧਨੀ, ਜੇ ਦੁਆਰ ਹੈ ਤੇ ਸਭ ਕੋ ਵਰਸਾਵੈ, ਪਿਓ ਤਲਾ ਥੋੜ ਪੂੰਜੀਏ ਸ਼ਾਹੂਕਾਰ ਵਰਗਾ, ਜਿਸ ਦੇ ਦਰਵਾਜ਼ੇ ਤੋਂ ਹਰ ਕੋਈ ਖੁਸ਼ ਜਾਂਦਾ, ਗਰਜ ਪੂਰੀ ਕਰਦਾ, ਉਹ ਛੋਟਾ ਧਨੀ ਸਰੋਵਰ ਵਾਂਗ ਆ। ਜਿਵੇਂ ਸਰੋਵਰ ਤੋਂ ਲੋਕ ਖੁਸ਼ ਆ, ਮਨ ਨੂੰ ਭਾਉਂਦੇ, ਛੋਟੇ ਧਨੀ ਵੀ ਲੋਕਾਂ ਦੇ ਮਨ ਨੂੰ ਭਾਉਂਦੇ, ਜਿੱਥੋਂ ਗਰਜਾਂ ਪੂਰੀਆਂ ਹੋਣ। ਸਿੰਧ ਧਨੀ ਕਹੂੰ ਤੈ ਦੇ ਨਾ ਕਨੀ, ਅਤੇ ਵਿਸ਼ਾਲ ਪਾਣੀ ਦੇ ਵਾਂਗ, ਸਮੁੰਦਰ ਦੇ ਵਾਂਗ, ਰਤਨਾਂ ਆਦਿ ਖਾਣ ਵਾਲਾ ਸਮੁੰਦਰ ਹੁੰਦਾ, ਅਤੇ ਉਹਦੇ ਵਾਂਗ ਜਿਹੜੇ ਬਹੁਤੇ ਧਨ ਵਾਲਾ ਸਮੁੰਦਰ ਦੀ ਨਿਆਈ ਧਨੀ ਆ।
ਉਹ ਧਨੀ ਵੇਖੋ ਨਾ ਸਮੁੰਦਰ ਕਿਸੇ ਨੂੰ ਕੋਈ ਦੇ ਕੇ ਰਾਜੀ ਨਾ ਧਨੀ, ਦੋਨੋਂ ਇੱਕੋ ਜਿਹੇ ਹਨ। ਸਮੁੰਦਰ ਕਿਸੇ ਮਨੁੱਖ, ਇਸਤਰੀ ਅਤੇ ਪਸ਼ੂ ਪੰਛੀ ਦੀ ਪਿਆਸ ਨਹੀਂ ਬੁਝਾਉਂਦਾ ਕਿਉਂਕਿ ਪਾਣੀ ਖਾਰਾ, ਅਤੇ ਧਨੀ ਕਿਸੇ ਨੂੰ ਥੋੜ੍ਹੀ ਜਿੰਨੀ ਮਦਦ ਦਿੰਦਾ ਹੀ ਨਹੀਂ, ਰਾਜੀ ਨਹੀਂ। ਉਹ ਧਨੀ ਅਮੀਰ ਤੁਸੀਂ ਦੱਸੋ, ਕਹਿੰਦੇ ਪੱਕੇ ਹੋਏ ਜ਼ਖਮ 'ਤੇ ਹੀ ਧਨ ਪੀ ਕੇ ਲਾਵੇਗਾ, ਭਾਵ ਵਿਅਰਥ ਹੈ ਉਹਦਾ ਧਨ। ਹਾਂਜੀ, ਪੀਸ ਕੇ ਲਾਵੇ, ਕਹਿੰਦੇ ਪੀ ਕੇ ਲਾਵੇਗਾ, ਆਪਣੇ ਫੋੜਿਆਂ ਉੱਪਰ ਲਾਊਗਾ ਉਹ, ਜਦੋਂ ਕਿਸੇ ਨੂੰ ਦਾਨ ਹੀ ਨਹੀਂ ਕਰਨਾ। ਦੋਹਰਾ ਇੱਕ ਤੋਟਕ ਤ੍ਰੈ ਦੋਹਰੇ। ਹੁਣ ਇਸ ਅਧਿਆਇ ਦੀ ਸਮਾਪਤੀ ਦੇ ਵਿੱਚ ਪੰਡਿਤ ਹਰਦਿਆਲ ਜੀ ਜਿਹੜੀ ਆ ਉਹ ਛੰਦਾਂ ਦੀ ਗਿਣਤੀ ਕਰਦੇ ਸਮਾਪਤੀ ਕਰਨ ਲੱਗੇ। ਕਹਿੰਦੇ ਅਧਿਆਇ ਦੀ ਸਮਾਪਤੀ ਦੇ ਵਿੱਚ ਕਹਿੰਦੇ ਆ ਇੱਕ ਤੋਟਕ ਛੰਦ ਆਇਆ, ਤ੍ਰੈ ਦੋਹਰੇ 3 ਦੋਹਰੇ ਆਏ, ਇੱਕ ਦਵਈਆ ਛੰਦ ਆਇਆ ਹੈ ਇਸ ਅਧਿਆਇ ਵਿੱਚ, 5 ਹੋ ਗਏ। ਉਭੇ ਸਵਈਏ ਧੀਰ ਜਨ 2, ਕਹਿੰਦੇ ਸਵਈਏ ਹੋ ਗਏ, ਉਭੇ ਨਾਮ 2 ਦਾ 2 ਸਵਈਏ ਆਏ ਹਨ। ਜੋ ਧੀਰ ਜਨ, ਕਈ ਮਨੁੱਖਾਂ ਨੂੰ ਮਨੁੱਖਾਂ ਨੂੰ ਧੀਰਜਤਾ ਦੇਣ ਵਾਲੇ ਆ, ਧੀਰਜ ਜਿਹੜੇ ਜਨ ਆ ਉਹਨਾਂ ਨੂੰ ਹੋਰ ਉੱਤਮ ਕਰ ਦੇਣ ਵਾਲੇ। 7 ਸਲੋਕ ਚਿੱਤ ਆਨੰਦ, ਇਉਂ ਕੁੱਲ 7 ਸਲੋਕ ਆਏ ਆ, ਗਿਣਤੀ ਜਿਹਨਾਂ ਦੀ ਸੁਣਾਈ ਹੈ। ਜੋ ਚਿੱਤ ਰੂਪੀ ਕਮੀਆਂ ਨੂੰ ਖਿਡਾਉਣ ਲਈ ਚੰਦਰਮਾ ਦੀ ਨਿਆਈ, ਚੰਦਰਮਾ ਦੇ ਰੋਸ਼ਨੀ ਵਿੱਚ ਕਮੀਆਂ ਖਿੜਦੀਆਂ, ਸੂਰਜ ਦੀ ਰੋਸ਼ਨੀ ਵਿੱਚ ਕਮਲ ਫੁੱਲ ਖਿੜਦੇ ਆ, ਉਹ ਰਾਤ ਦੇ ਕਮਲ ਫੁੱਲ ਕਮੀਆਂ। ਕਹਿੰਦੇ ਜੋ ਚਿੱਤ ਰੂਪੀ ਕਮੀਆਂ ਨੂੰ ਚੰਦਰਮਾ ਦੀ ਨਿਆਈ ਖਿਡਾਉਣ ਵਾਲੇ 7 ਸਲੋਕ ਹੈ, ਉਹ 7ਵੇਂ ਇਹ 9ਵੇਂ ਅਧਿਆਇ ਦੇ ਵਿੱਚ ਆਏ ਹੈ। ਇਹ ਸ੍ਰੀ ਸਾਰ ਕਤਾਵਲੀ, ਇਹ ਕਹੀਏ ਇੱਥੇ ਸ਼੍ਰੋਮਣੀ ਸਾਰ ਕਤਾਵਲੀ ਗ੍ਰੰਥ ਜੋ ਹੈ ਤੇ 9ਵਾਂ ਅਧਿਆਇ, ਤੇ ਕਈ ਤੇ ਇਸ ਦਾ 9ਵਾਂ ਜਿਹੜਾ ਅਧਿਆਇ ਆ ਇਹਦੀ ਕਈ ਤੇ ਸਮਾਪਤ ਹੁੰਦਾ ਹੈ। ਜਾਂ ਤਾਂ ਇੱਥੇ ਦੂਸਰਾ ਪੜ ਤਾਸ ਵੀ ਹੈ, ਤਾਸ 9ਵਾਂ ਅਧਿਆਇ, ਤਾਸ ਗਈ ਤੇ ਇਸ ਦਾ 9ਵਾਂ ਅਧਿਆਇ ਇਤੀ ਗਈ ਸਮਾਪਤ ਹੁੰਦਾ ਹੈ। ਉਤਮ ਕਹੀ ਉਦਾਰਤਾ, ਜਿਸ ਅਧਿਆਇ ਦੇ ਅੰਦਰ ਕਵੀ ਹਰਦਿਆਲ ਜੀ ਨੇ ਕਹਿੰਦੇ ਉਦਾਰਤਾ ਜਿਹੜੀ ਹੈ ਸਹੀ ਪੁਣਾ ਸ੍ਰੇਸ਼ਟ ਪੁਣਾ ਖੋਲ੍ਹ ਦੇ ਲਈ ਹੈ, ਦਾਨਸ਼ੀਲਤਾ, ਉਹ ਬੜੇ ਢੰਗ ਦੇ ਨਾਲ ਉੱਤਮ ਕਥਨ ਕਹੀ ਹੈ, ਆਖੀ ਉਦਾਰਤਾ ਹੀ ਉੱਤਮ ਕਹੀ ਹੈ, ਜਿਸ ਅਧਿਆਇ ਵਿੱਚ ਕਵੀ ਹਰਦਿਆਲ ਜੀ ਨੇ ਸੁਭਾਏ ਕਈ ਸ੍ਰੇਸ਼ਟ ਭਾਵਨਾ ਨਾਲ ਸ੍ਰੇਸ਼ਟ ਪ੍ਰੇਮ ਧਾਰ ਕੇ। ਠੀਕ ਹੈ ਜੀ। ਅਤੇ 9ਵਾਂ ਅਧਿਆਇ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਮਾਪਤ ਹੋ ਗਿਆ ਹੈ। ਇਹ ਸ੍ਰੀ ਸਾਰ ਕਤਾਵਲੀ ਤੇ 9ਵਾਂ ਅਧਿਆਇ, ਉੱਤਮ ਕਹੀ ਉਦਾਰਤਾ, ਕਵੀ ਹਰਦਿਆਲ ਸੁਭਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।